ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਹੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੀਸਰੇ ਅਧਿਆਏ ਦੀ ਸੰਥਿਆ ਚਾਣਕਿਆ ਰਾਜਨੀਤੀ ਗ੍ਰੰਥ ਦੀ ਕਰਨੀ ਆ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਸਮੱਤ ਬਖਸ਼ਣ ਮਹਾਰਾਜ ਸਾਰੇ ਸਿੰਘ ਰਲ ਮਿਲ ਕੇ ਆਪਾਂ ਇਸ ਗ੍ਰੰਥ ਦੀ ਵਿਚਾਰ ਕਰ ਰਹੇ ਹਾਂ ਜਿਹੜੀ। ਸੋ ਪੜ੍ਹੋ ਭਾਈ ਸਾਹਿਬ, ਪੜ੍ਹੋ। ਦੋਹਰਾ ਬਹੁ ਬੇਕਾਰ ਹੈ ਲਾਡ ਮੈਂ ਤਾੜਨ ਮੈਂ ਅਬੇਕਾਰ। ਹਾਂਜੀ, ਗ੍ਰੰਥ ਕਰਤਾ ਚਾਣਕਿਆ ਮੁਨੀ ਜੀ ਬੜੇ ਵਿਸਥਾਰ ਨਾਲ ਸਮਝਾਉਂਦੇ ਆ ਕਿ ਜਿਹੜਾ ਤਾੜਨ ਬਹੁ ਬੇਕਾਰ ਹੈ ਲਾਡ ਮੈਂ। ਬੇਕਾਰ ਨਾਮ ਆ ਗਲਤ, ਔਖਾ, ਮਤਲਬ ਕਿਸੇ ਨੂੰ ਕਿਸੇ ਦੇ ਔਗਣਾ ਨੂੰ ਵਿਚਾਰਨਾ, ਮਾੜੀ ਗੱਲ ਜਾਣੀ ਕਿ। ਕਹਿੰਦੇ ਬਹੁ ਬੇਕਾਰ ਹੈ ਲਾਡ ਮੈਂ। ਜਦੋਂ ਆਪਾਂ ਲਾਡ ਕਰਦੇ ਹਾਂ ਨਾ ਕਿਸੇ ਨੂੰ, ਉਹ ਕਹਿੰਦੇ ਬਹੁਤ ਜ਼ਿਆਦਾ ਗਲਤ ਕੰਮ ਆ। ਬਹੁਤ ਬੇਕਾਰ ਹੈ ਲਾਡ ਮੈਂ। ਵਿਕਾਰ ਨਾਮ ਹੈ, ਮਤਲਬ ਬਹੁਤ ਜ਼ਿਆਦਾ ਵੱਡਾ ਔਗਣ ਆ। ਬਹੁਤ ਅਰਥ ਆ ਬਹੁਤ ਵੱਡਾ ਬੇਕਾਰ। ਇਹ ਬਹੁਤ ਜ਼ਿਆਦਾ ਵੱਡਾ ਗਲਤ ਕੰਮ ਹੈ ਕਿਸੇ ਦੇ ਨਾਲ ਲਾਡ ਕਰਨਾ। ਤਾੜਨ ਮੈਂ ਆ ਬੇਕਾਰ। ਤਾੜਨ ਨਾਮ ਕਿਸੇ ਨੂੰ ਝਿੜਕਣਾ, ਸਮਝਾਉਣਾ, ਉਹਨੂੰ ਝਿੜਕ ਇਹੋ ਜਿਹੇ ਸਮਝਾਉਣ ਵਾਸਤੇ ਉਹਨੂੰ ਤਾੜਨਾ ਕਰਨੀ। ਤਾੜਨ ਮੈਂ ਆ ਬੇਕਾਰ। ਆ ਨਾਮ ਰਹਿਤ ਦਾ ਤੇ ਬੇਕਾਰ ਨਾਮ ਔਗਣ ਦਾ। ਕਹਿੰਦੇ ਗੁਣ ਤੋਂ ਰਹਿਤ ਆ, ਭਾਵ ਕਿ ਇਹ ਚੰਗੀ ਗੱਲ ਆ ਕਿਸੇ ਨੂੰ ਤਾੜਨਾ। ਅੱਗੇ ਤਾਂ ਤੇ ਤਾਂ ਨਾਮ ਆ, ਤਾਂ ਦਾ ਨਾਮ ਹੈ ਇਸ ਤੇ ਨਾਮ ਕਰਕੇ, ਇਸ ਕਰਕੇ ਸੁਤ ਅਰ ਸਿੱਖ ਕੋ। ਸੁਤ ਨਾਮ ਪੁੱਤਰ ਦਾ, ਸਿੱਖ ਨਾਮ ਵਿਦਿਆਰਥੀ ਦਾ, ਜਿਹਦੇ ਕੋਲ ਆਪਾਂ ਜਿਹੜਾ ਸਾਡਾ ਉਸਤਾਦ ਹੈ, ਜਿਹੜਾ ਸਾਨੂੰ ਸਿੱਖਿਆ ਦੇ ਰਿਹਾ ਹੈ। ਸਿੱਖ ਮਤਲਬ ਆ ਸਿਕਸ਼ਕ, ਜਿਹੜਾ ਸਿੱਖਿਆ ਲੈ ਰਿਹਾ ਆ। ਕਹਿੰਦੇ ਇਸੇ ਕਰਕੇ ਹੀ ਪੁੱਤ ਤੇ ਸਿੱਖ ਨੂੰ ਤਾੜਨ ਬਹੁ ਗੁਣਕਾਰ। ਤਾੜਨਾ, ਉਹਨੂੰ ਝਿੜਕਣਾ, ਉਹਨੂੰ ਵਰਜ ਕੇ ਰੱਖਣਾ, ਉਹਨੂੰ ਸੰਕੋਚ ਕੇ ਰੱਖਣਾ, ਇਹ ਬਹੁ ਗੁਣਕਾਰ, ਬਹੁਤ ਲਾਭਦਾਇਕ ਹੁੰਦਾ ਵਾ। ਇਸ ਕਰਕੇ ਪੁੱਤ ਤੇ ਸਿੱਖ ਸੇਵਕ ਜਿਹੜਾ ਮਤਲਬ ਸਾਡਾ ਵਿਦਿਆਰਥੀ ਆ, ਉਹਨੂੰ ਜਿਹੜਾ ਝਿੜਕਣਾ ਹੈ ਉਹ ਗਲਤ ਗੱਲ ਨਹੀਂ ਆ। ਉਹਦੇ ਨਾਲ ਝਿੜਕ ਕੇ ਉਹਨੂੰ ਸਿੱਧੇ ਰਸਤੇ ਲਾਇਆ ਜਾ ਸਕਦਾ ਹੈ ਜੀ। ਪੰਜ ਬਰਖ, ਪਾਂਚ ਬਰਖ, ਪਾਂਚ ਨਾਮ ਪੰਜ ਦਾ, ਬਰਖ ਨਾਮ ਸਾਲ ਦਾ, ਤੱਕ ਨਾਮ ਤੱਕ ਦਾ, ਲਾੜ ਨਾਮ ਲਾੜ ਦਾ ਹੈ। ਕਹਿੰਦੇ 5 ਸਾਲਾਂ ਤੱਕ ਬੰਦੇ ਨੂੰ ਜਿਹੜਾ ਹੈ ਉਹ ਬੱਚੇ ਦੇ ਨਾਲ ਲਾੜ ਕਰਨੇ ਚਾਹੀਦੇ ਆ, ਲਾਡਲਾ ਰੱਖਣਾ ਚਾਹੀਦਾ 5 ਸਾਲ ਤੱਕ। ਤਾੜਨ ਹੈ ਖਟ ਮਾਹੇ। ਤੇ 6ਵੇਂ ਸਾਲ ਦੇ ਵਿੱਚ ਜਦੋਂ 5 ਦਾ ਹੋ ਜੇ ਤੇ 6ਵੇਂ ਸਾਲ 'ਚ ਉਹਨੂੰ ਜਿਹੜਾ ਤਾੜਨਾ, ਉਹਨੂੰ ਸਮਝਾਉਣਾ, ਉਹਨੂੰ ਝਿੜਕਣਾ, ਉਹਨੂੰ ਵਰਜ ਕੇ ਰੱਖਣਾ ਜਿਹੜਾ ਆ ਉਹ ਮਾਂ ਪੇ ਕਰ ਦੇਣ। ਅੱਗੇ ਦੱਸਦੇ ਹਨ, ਪੜ੍ਹੋ। ਹਾਂਜੀ, ਕਹਿੰਦੇ 5 ਸਾਲ ਤੱਕ ਬੱਚੇ ਨੂੰ ਲਾਡ ਕਰੇ। 5 ਤੋਂ ਲੈ ਕਰਕੇ ਤਾੜਨ ਹੈ ਖਟਮਾਏ। ਤੇ ਜਦੋਂ 6ਵਾਂ ਸ਼ੁਰੂ ਹੋ ਜਾਏ ਤੇ ਫਿਰ ਉਹਨੂੰ ਤਾੜਨਾ, ਝਿੜਕਣਾ ਸ਼ੁਰੂ ਕਰ ਦੇ ਸਮਝਾਉਣ ਵਾਸਤੇ। ਪੁੱਤਰ ਮਿੱਤਰ ਤਬ ਹੋਤ ਹੈ। ਪੁੱਤਰ ਜਬ ਖੋੜਸ ਤੱਕ ਜਾਏ। ਖੋੜ ਨਾਮ ਖਾਟ ਨਾਮ 6 ਦਾ ਤੇ ਖੋੜਸ ਨਾਮ 16 ਦਾ। ਕਹਿੰਦੇ ਫਿਰ ਉਹਨੂੰ 5 ਸਾਲ ਤੋਂ ਲੈ ਕੇ 16 ਸਾਲ ਤੱਕ ਝਿੜਕੇ ਤੇ 16 ਸਾਲ ਦੇ ਵਿੱਚ ਪੁੱਤਰ ਮਿੱਤਰ, ਫਿਰ ਪੁੱਤ ਜਿਹੜਾ ਆ ਉਹ ਮਿੱਤਰ ਯਾਰ ਬਣ ਜਾਂਦਾ ਵਾ। ਫਿਰ ਉਹਨੂੰ 16 ਸਾਲ ਤੋਂ ਬਾਅਦ 'ਚ ਨਾ ਝਿੜਕਣਾ, ਜਿੰਨਾ ਝਿੜਕਣਾ ਉਹ ਤੋਂ ਪਹਿਲਾਂ ਝਿੜਕ ਲਓ। ਤਬ ਪੁੱਤਰ ਮਿੱਤਰ ਤਬ ਹੋਤ ਹੈ। ਪੁੱਤਰਾਂ ਦੇ ਮਿੱਤਰ ਉਦੋਂ ਬਣ ਜਾਂਦਾ ਜਦੋਂ 16 ਸਾਲ ਦਾ ਹੋ ਜਾਂਦਾ। ਇਸ ਕਰਕੇ ਇਹਦਾ ਭਾਵ ਇਹੀ ਆ ਵੀ ਪੁੱਤ ਨੂੰ ਸਮਝਾਉਣਾ ਆ ਤੇ ਉਹ 15-16 ਸਾਲ ਤੱਕ ਸਮਝਾ ਲਓ। ਉਸ ਤੋਂ ਬਾਅਦ ਸਮਝਾਉਣ ਦਾ ਨਹੀਂ ਫਾਇਦਾ। ਉਸ ਤੋਂ ਬਾਅਦ 'ਚ ਉਹਦੇ ਮਨ 'ਚ ਵਿਰੋਧਤਾ ਦੇ ਬੀਜ ਬੀਜੇ ਜਾਣਗੇ ਸਾਡੇ ਪ੍ਰਤੀ। ਉਹ ਪੁੱਤਰ ਸਾਡੀ ਵਿਰੋਧਤਾ ਕਰੂਗਾ। ਇਸ ਕਰਕੇ ਜਿਹੜਾ ਸਮਝਾਉਣਾ ਆ ਉਹ ਇੱਕ ਸਮਾਂ ਆ, ਅਵਸਥਾ ਆ। 5 ਸਾਲ ਤੱਕ ਇਸ ਤਰ੍ਹਾਂ ਦੀ ਆ, 15 ਸਾਲ ਤੱਕ ਇਸ ਤਰ੍ਹਾਂ ਦੀ ਆ, ਫਿਰ ਅੱਗੇ ਇਸ ਤਰ੍ਹਾਂ ਦੀ ਆ। ਉਹ ਇਸੇ ਤਰ੍ਹਾਂ ਹੀ ਜਿਹੜੀ ਜਿੱਥੇ ਚੀਜ਼ ਚਾਹੀਦੀ ਆ ਉੱਥੇ ਹੀ ਮਿਲਣੀ ਚਾਹੀਦੀ ਆ। ਜੇ 25 ਵਾਲਾ ਸਤਿਕਾਰ 5 ਵਾਲੇ 'ਚ ਮਿਲ ਜੇ ਤੇ ਫਿਰ ਨੁਕਸਾਨ ਹੀ ਆ। ਹੁਣ ਕੀ ਉਹ ਬੱਚਾ ਛੋਟਾ ਜਿਹਾ ਉੱਥੇ ਹਰਿਮੰਦਰ ਸਾਹਿਬ ਹਾਂ, ਤੇ ਉਹਨੂੰ ਸੰਤ ਜਰਨੈਲ ਸਿੰਘ ਬਣਾਈ ਜਾਂਦੇ ਕਈ। ਉਹ ਸੋਚੀ ਜਾਂਦੇ ਉਹ ਬੱਚੇ ਦੀ ਆਰਜੂ ਛੋਟੀ ਹੈ ਜੇ
ਉਹ ਗੱਲ ਨਹੀਂ ਆ। ਉਹਦੀ ਨਿੰਦਿਆ ਵੀ ਨਹੀਂ ਅਸੀਂ ਕਰਦੇ ਵੀ ਬੱਚਾ ਹੀ ਗਲਤ ਆ। ਮਹਾਰਾਜ ਦੇ ਸ਼ਸਤਰ ਬਸਤਰ ਆਪਣੇ ਪਿਓ ਵਰਗਾ ਹੀ ਸ਼ੇਰਾ ਮੋਹਰਾ ਹੁੰਦਾ ਪੁੱਤ ਦਾ, ਤੇ ਪਿਓ ਵਰਗੇ ਤੇ ਆਪਾਂ ਬਣਨਾ ਆ। ਤੇ ਜੇ ਅਸੀਂ ਪਿਓ ਵਰਗੇ ਹੀ ਨਾ ਬਣੇ ਹਨਾ, ਫਿਰ ਉਹ ਗੱਲ ਨਹੀਂ ਬਣਦੀ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਮਤਲਬ ਕੋਈ ਹਰ ਇੱਕ ਅਵਸਥਾ ਦਰ ਅਵਸਥਾ ਜਿਹੜੀ ਆ ਉਹ ਗੱਲ ਬਣਦੀ ਆ। ਹੁਣ ਉਹਨੂੰ ਛੋਟੇ ਨੂੰ ਬਣਾਤਾ, ਇਸ ਤਰ੍ਹਾਂ ਢੰਡਰੀਆਂ ਵਾਲੇ ਨੂੰ ਬਣਾਇਆ ਸੀ, ਕੱਲ੍ਹ ਨੂੰ ਉਸ ਤਰ੍ਹਾਂ ਦਾ ਹੋ ਗਿਆ, ਕਿੰਨੀ ਦੁਨੀਆ ਦਾ ਬੇੜਾ ਗਰਕ ਕਰੂਗਾ। ਹਾਂਜੀ, ਅੱਜ ਢੰਡਰੀਆਂ ਵਾਲੇ ਵਰਗੇ ਜਿਹੜੇ ਕਰਦੇ ਇੱਦਾਂ, ਉਹਦਾ ਕਾਰਨ ਕੀ ਆ? ਪਹਿਲਾਂ ਛੋਟਾ ਸੀ, ਜਵਾਕ ਜਿਹਾ ਸੀ, ਤੇ ਚੁੱਕ ਲਿਆ ਸਿਰ ਤੇ ਹੁਣ ਉਹਨੇ ਜਦੋਂ ਸਿਰ ਤੇ ਚੜ੍ਹ ਗਿਆ ਹੁਣ ਆਪਦੀ ਮਰਜ਼ੀ ਕਰਦਾ, ਉਹ ਪੰਥ ਦੀ ਮੰਨਦਾ ਨਹੀਂ। ਸੋ ਇਸੇ ਤਰ੍ਹਾਂ ਕਹਿੰਦੇ ਜਿਹੜਾ ਝਿੜਕਣਾ ਆ ਨਾ, ਕਿਸੇ ਨੂੰ ਵੀ ਵਰਜਣਾ ਆ, ਉਹ 16 ਸਾਲ ਤੱਕ ਵਰਜੋ। 16 ਸਾਲ ਦਾ ਜਦੋਂ ਪੁੱਛ ਹੋ ਜਾਏ ਉਹਦੀ ਸਮਝ ਆ ਜਾਂਦੀ ਆ। ਉਹਦੇ ਤੋਂ ਪਹਿਲਾਂ ਤਾੜਨਾ ਰੱਖੋ, 16 ਤੋਂ ਬਾਅਦ ਉਹਨੂੰ ਮਿੱਤਰਾਂ ਦੇ ਸਾਹਮਣੇ ਜੇ ਪਿਓ ਨੇ ਵੀ ਪੁੱਤ ਰੱਖਣਾ ਨਾ, ਪੁੱਤ ਦੇ ਨਾਲ ਸਹੀ ਰਹਿਣਾ, ਤਾਂ ਉਹ ਵੀ ਉਹਨੂੰ 16 ਸਾਲ ਤੱਕ ਜਿਹੜਾ ਝਿੜਕੇ, ਤੇ ਉਸ ਤੋਂ ਬਾਅਦ 'ਚ ਉਹ ਸਹੀ ਮਿੱਤਰਾਂ ਵਾਂਗ ਉਹਦੇ ਨਾਲ ਰਹਿਣਾ ਕਰੇ। ਚਲੋ ਜੀ। ਤਬ ਲਗ ਵਿਦਿਆ ਕੋ ਪੜੋ, ਜਬ ਲਗ ਘਟ ਮੈਂ ਪ੍ਰਾਨ। ਇਹ ਬੜੀ ਸੋਹਣੀ ਗੱਲ ਆ ਸਾਡੇ ਵਿਦਿਆਰਥੀ ਜਨਾਂ ਵਾਸਤੇ, ਜਿਹੜੇ ਵੀ ਆਪਾਂ ਗੁਰੂ ਘਰ ਦੇ ਪ੍ਰੇਮੀ ਆ। ਕਹਿੰਦੇ ਤਬ ਲਗ ਵਿਦਿਆ ਕੋ ਪੜੋ, ਪੜੋ ਪਾਠ ਜਿਹੜਾ ਕਹਿੰਦੇ ਇੱਥੋਂ ਪੜੋ ਪਾਠ ਸ਼ੋਧਿਆ, ਕਈਆਂ ਤੱਕ ਪੜ੍ਹਿਆ ਵੀ ਸ਼ਬਦ ਆਉਂਦਾ। ਕਹਿੰਦੇ ਤਬ ਤਦੋਂ ਲੱਗ ਮਤਲਬ ਤੱਕ, ਉਦੋਂ ਕਦੋਂ, ਤਦੋਂ ਤੱਕ ਵਿਦਿਆ ਨੂੰ ਪੜ੍ਹੋ। ਕਹਿੰਦੇ ਇਹ ਉਦੋਂ ਤੱਕ ਵਿਦਿਆ ਨੂੰ ਪੜ੍ਹੋ। ਜਬ ਨਾਮ ਹੈ ਜਦੋਂ ਦਾ, ਜਦੋਂ ਲੱਗ ਮਤਲਬ ਤੱਕ, ਜਦੋਂ ਤੱਕ ਘਟ ਨਾਮ ਹੈ ਸਰੀਰ ਦਾ, ਪ੍ਰਾਣ ਨਾਮ ਹੈ ਸਵਾਸਾਂ ਦਾ। ਕਹਿੰਦੇ ਵਿਦਿਆ ਨੂੰ ਉਦੋਂ ਤੱਕ ਪੜ੍ਹੋ ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ। ਤਬ ਲਗ ਵਿਦਿਆ ਕੋ ਪੜ੍ਹੋ, ਜਬ ਲਗ ਘਟ ਮੈਂ ਪ੍ਰਾਣ। ਹੁਣ ਅਸੀਂ ਸੰਥਿਆ ਕਰਨ ਬੈਠੇ ਹਾਂ, ਤੇ ਸੰਥਿਆ ਪੜ੍ਹੀ ਤੇ ਜਾ ਕੇ ਆਸਣਾ ਤੇ ਸੌਂ ਗਏ। ਇਹ ਵਿਦਿਆ ਇਸ ਤਰ੍ਹਾਂ ਪ੍ਰਫੁੱਲਿਤ ਨਹੀਂ ਹੁੰਦੀ। ਵਿਦਿਆ ਜੇ ਆਪਣੇ ਅੰਦਰ ਲਿਆਉਣੀ ਆ ਨਾ, ਜਦੋਂ ਤੱਕ ਕਹਿੰਦੇ ਸਵਾਸ ਚੱਲਦੇ, ਇਹਨੂੰ ਪੜ੍ਹੀ ਜਾਓ ਨਿਰੰਤਰ, ਰੋਜ਼ ਨਾ ਗਾਣਾ ਪੜ੍ਹੋ। ਅਗਲੀਆਂ ਪੰਕਤੀਆਂ 'ਚ ਹੋਰ ਵੀ ਖੋਲ ਕੇ ਦੱਸਦੇ ਆ ਵੀ ਜਿਹੜਾ ਵਿਦਿਆ ਕਿਸ ਤਰ੍ਹਾਂ ਪੜ੍ਹਨੀ ਆ। ਕਹਿੰਦੇ ਇੱਕ ਸ਼ਲੋਕ, ਅੱਧਾ ਸ਼ਲੋਕ, ਚੌਥਾ ਹਿੱਸਾ ਹੀ ਪੜ੍ਹ ਛੱਡੇ ਬੇਨਾਗ। ਜਿਹੜਾ ਬਿਨਾ ਨਾਗਾ ਪੜ੍ਹ ਛੱਡਦਾ, ਕਹਿੰਦੇ ਉਹ ਏਡਾ ਵੱਡਾ ਸੁੱਖਾਂ ਦਾ ਪ੍ਰਾਪਤੀ ਹੁੰਦੀ ਉਹਨੂੰ। ਇਸ ਕਰਕੇ ਜੇ ਅਸੀਂ ਪੜ੍ਹਨਾ ਛੱਡਦੇ ਨੇ ਨਾ, ਤੇ ਸਾਡੀ ਜਿਹੜੀ ਦਿਮਾਗ ਦੀ ਆ ਵਿਕਾਸ ਉਹ ਵੀ ਰੁਕ ਜਾਂਦਾ। ਸਾਡਾ ਦਿਮਾਗ ਨਹੀਂ ਕੰਮ ਕਰਦਾ, ਵੀ ਸਹਿਜੇ ਦਿਮਾਗ ਕੰਮ ਛੱਡ ਜਾਂਦਾ। ਇਸ ਕਰਕੇ ਵਿਦਿਆ ਨੂੰ ਪੜ੍ਹਨਾ ਚਾਹੀਦਾ। ਅੱਗੇ ਪੰਕਤੀ 'ਚ ਹੋਰ ਗੱਲ ਸਿੱਧ ਕਰਦੇ ਆ। ਜਾਹੇ ਧਨੀ ਪਹੁੰਚੇ ਨਹੀਂ, ਤਹ ਪਹੁੰਚੈ ਵਿਦਵਾਨ। ਹਾਂ, ਕਵੀ ਪੰਡਿਤ ਹਰਦਿਆਲ ਜੀ ਨੇ ਵੀ ਇਹ ਬਚਨ ਕੀਤਾ ਵਾ। ਕਹਿੰਦੇ ਵਿਦਿਆ ਨੂੰ ਉਦੋਂ ਤੱਕ ਪੜ੍ਹਨਾ ਕਰੋ ਜਦੋਂ ਤੱਕ ਸਰੀਰ ਦੇ ਵਿੱਚ ਪ੍ਰਾਣ ਨੇ। ਜਾਹੇ ਧਨੀ ਪਹੁੰਚੇ ਨਹੀਂ, ਜਿੱਥੇ ਧਨਵਾਨ ਅਮੀਰ ਬੰਦਾ ਨਹੀਂ ਪਹੁੰਚ ਸਕਦਾ, ਤਹ ਪਹੁੰਚਿਆ ਵਿਦਿਆਵਾਨ, ਉੱਥੇ ਵਿਦਵਾਨ ਬੰਦਾ ਪਹੁੰਚ ਸਕਦਾ। ਆਪਣੇ ਸਿੱਖ ਡਾਕਟਰ ਮਨਮੋਹਨ ਸਿੰਘ ਨੇ, ਪ੍ਰਧਾਨ ਮੰਤਰੀ ਵੀ ਰਹੇ ਆ ਹਨਾ, ਤੇ ਸਬਜ਼ੀ ਵੇਚਣ ਵਾਲੇ ਪਰਿਵਾਰ ਦੇ ਵਿੱਚੋਂ ਸੀ। ਪਿਤਾ ਜੀ ਸਬਜ਼ੀ ਵੇਚਦੇ ਸੀ, ਇੱਥੇ ਅੰਮ੍ਰਿਤਸਰ ਦੇ ਹੀ ਨੇ ਉਹ, ਤੇ ਪਿਓ ਸਬਜ਼ੀ ਵੇਚਦਾ ਸੀ, ਤੇ ਵਿਦਿਆ ਪੜ੍ਹੀ। ਉਹ ਵਿਦਿਆ ਨੇ ਅੱਜ ਉਹ ਹੁਣ ਧਨਾੜ ਤੇ ਕਿੰਨੇ ਸੀ ਉਦੋਂ ਵੀ ਅੱਗੇ, ਤੇ ਅੱਜ ਉਹ ਸਭ ਤੋਂ ਧਨਾੜ ਬਣ ਕੇ ਬੈਠੇ, ਦੇਸ਼ ਦੇ ਰਾਜ ਭਾਗ ਤੇ ਬਹਿ ਗਏ। ਕਾਹਦੇ ਕਾਰਨ? ਆਪਣੀ ਵਿਦਿਆ ਕਾਰਨ। ਤੇ ਅੱਜ ਵੀ ਸਭ ਤੋਂ ਸਫਲ ਜਿਹੜਾ ਕੀ ਨਾਲੇ ਦੇ ਤੇ ਇਮਾਨਦਾਰ, ਸਭ ਤੋਂ ਇਮਾਨਦਾਰ ਪ੍ਰਧਾਨ ਮੰਤਰੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਗਿਆ। ਕਾਹਦੇ ਕਰਕੇ? ਵੀ ਵਿਦਿਆ ਪੜ੍ਹੀ ਔਰ ਉਹਨੂੰ ਆਪਣੇ 'ਤੇ ਲਾਗੂ ਕੀਤਾ, ਤੇ ਵਿਦਿਆ ਦੇ ਨਾਲ ਚੱਲੇ, ਤੇ ਵਿਦਿਆ ਦਾ ਸਤਿਕਾਰ ਕੀਤਾ। ਸੋ ਇਸ ਕਰਕੇ ਵਿਦਿਆ ਪੜ੍ਹਨੀ ਜਿਹੜੀ ਉਹ ਅਤਿਅੰਤ ਜ਼ਰੂਰੀ ਆ। ਜਿੱਥੇ ਧਨਾੜ ਬੰਦਾ ਨਹੀਂ ਪਹੁੰਚ ਸਕਦਾ, ਉੱਥੇ ਵਿਦਵਾਨ ਬੰਦਾ, ਪੜ੍ਹਿਆ ਲਿਖਿਆ ਬੰਦਾ ਉਹ ਪਹੁੰਚ ਸਕਦਾ ਹੈ ਜੀ। ਸਾਧ ਸਿੰਧ ਦੋਨੋਂ ਅਚਲ, ਸਦਾ ਅੰਤ ਅਰ ਆਦ। ਸਾਧੂ ਜਿਹੜੇ ਬੰਦਗੀ ਵਾਲੀਆਂ ਰੂਹਾਂ ਨੇ, ਸਿੰਧ ਨਾਮ ਹੈ ਸਮੁੰਦਰ ਦਾ। ਕਹਿੰਦੇ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਨਾ, ਇਹ ਅਚਲ ਨੇ, ਭਾਵ ਇਹ ਮਤਲਬ ਨਾ ਹਿੱਲਣ ਵਾਲੀਆਂ, ਜਿਹੜੀਆਂ ਥਿਰ ਰਹਿਣ ਵਾਲੀਆਂ ਨੇ ਇਹ ਚੀਜ਼ਾਂ, ਸਾਧ ਤੇ ਸਿੰਧ। ਸਾਧ ਨਾਮ ਸਾਧੂ ਦਾ, ਸਮੁੰਦ ਨਾਮ ਸਮੁੰਦਰ ਦਾ, ਸਿੱਧ ਨਾਮ ਸਮੁੰਦਰ ਦਾ। ਕਹਿੰਦੇ ਅਚਲ, ਆ ਨਾਮ ਰਹਿਤ ਦਾ, ਚੱਲ ਨਾਮ ਚੱਲਣ ਤੋਂ, ਸਦਾ। ਕਹਿੰਦੇ ਸਦਾ ਹੀ, ਆਦ ਅਰ ਅੰਤ, ਜੋ ਸ਼ੁਰੂ ਤੋਂ ਲੈ ਕੇ ਤੇ ਅੰਤ ਤੱਕ ਇਹ ਇਸੇ ਤਰ੍ਹਾਂ ਹੀ ਦੋਵੇਂ ਜਿਹੜੀਆਂ ਚੀਜ਼ਾਂ ਨੇ ਇਹ ਅਚਲ ਰਹਿਣਗੀਆਂ, ਸਾਧੂ ਤੇ ਸਿੰਧ ਸਮੁੰਦਰ। ਜਾਓ ਕਦਾਂਚ ਵਹਿ ਚੱਲੈ ਭੀਂ, ਤਾਉ ਨਾ ਤਜੈ ਮਰਿਆਦ। ਜਾਓ ਕਦਾਂਚ, ਜਾਓ ਨਾ ਜੇਕਰ, ਕਦਾਂਚ ਕਦਾਚਿਤ, ਕਦੀ ਕਿਤੇ, ਵਹ ਚੱਲੇ ਵੀ, ਜੇ ਮਤਲਬ ਸਾਧੂ ਵੀ ਥੋੜਾ ਚੱਲੇ ਇੱਧਰ ਉੱਧਰ ਆਪਣੀ ਬਿਰਤੀ ਨੂੰ ਖੜੇ, ਜਾਂ ਸਮੁੰਦਰ ਜਿਹੜਾ ਆ ਉਹ ਆਪਣੇ 'ਚ ਕੋਈ ਹਲਚਲ ਜਿਹੜੀ ਲਿਆਵੇ, ਤਾਂ ਨਾ ਤਜਹ ਮਰਿਆਦ, ਤਾਂ ਕਹਿੰਦੇ ਫੇਰ ਵੀ ਆਪਣੀ ਮਰਿਆਦਾ ਨੂੰ ਨਹੀਂ ਛੱਡਦੇ, ਆਪਣੀ ਮਰਿਆਦਾ ਨੂੰ ਨਹੀਂ ਭੁੱਲਦੇ। ਕਿਉਂ ਗੱਲ ਕਰਦੇ ਆ ਇਹਨਾਂ ਦੋਵਾਂ ਦੀ? ਕਹਿੰਦੇ
ਸਾਧੂ ਦੇ ਸਮੁੰਦਰ, ਜੇ ਮੰਨ ਲਓ ਸਾਧੂ ਆਪਣੀ ਬਿਰਤੀ ਨੂੰ ਵਿਗਾੜਦੇ ਨਾ, ਹੁਣ ਭਗਤ ਨਾਮਦੇਵ ਜੀ ਨੂੰ ਮਹਾਰਾਜ ਨੇ ਜਦੋਂ ਉਹ ਕਹਿੰਦੇ ਸੀ ਨਾ ਵੀ ਹਾਥੀ ਥੱਲੇ ਦੇ ਕੇ ਮਰਾਉਣ ਲੱਗੇ ਤੇ ਹਾਥੀ ਮਾਰੇ, ਚੰਕਾਰੀਆਂ ਦੇ ਪੈਰ ਰੱਖਣ ਨੂੰ ਫਿਰੇ, ਨਹੀਂ ਗੋਲੀ ਦਾ ਹੁਕਮ ਦੇ ਦਿੱਤਾ ਸੀ। ਕਹਿੰਦੇ ਜਾਂ ਗਾਂ ਜੂਦੀ ਕਰ ਦਿਓ ਤੇ ਜਾਂ ਕਰਾਮਾਤ ਵਿਖਾਓ ਗਾਂ ਜੂਦੀ ਕਰਨ ਦੀ, ਤੇ ਜਾਂ ਇਸਲਾਮ ਕਬੂਲ ਕਰੋ। ਉਹ ਕਹਿੰਦੇ ਨਹੀਂ ਨਹੀਂ, ਮੈਂ ਕਹਿੰਦੇ ਤੁਹਾਨੂੰ, ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਫਿਰ ਪ੍ਰਮਾਤਮਾ ਪ੍ਰਗਟ ਹੋਇਆ। ਕਹਿੰਦੇ ਪ੍ਰਮਾਤਮਾ ਜੀ ਕਹਿਣ ਲੱਗੇ, ਕਹਿੰਦੇ ਦੱਸੋ ਨਾਮਦੇਵ, ਕਹੋ ਤਾਂ ਮੋਈ ਗਊ ਦੇਉ ਜੋ ਆਏ, ਜਾਂ ਇੱਕ ਹੋਰ ਵੀ ਵਚਨ ਆਉਂਦਾ, ਕਹਿੰਦੇ ਕਾਹੇ ਤਾਂ ਧਰਤ ਇਕੋਡੀ ਕਰੋ। ਕਹਿੰਦੇ ਕਹਿ ਨਾਮਦੇਵ, ਜੇ ਤੂੰ ਕਹਿੰਦਾ ਤੇ ਧਰਤੀ ਮੂਧੀ ਕਰਕੇ ਸਿਰ ਤੇ ਰੱਖਦਾ ਇਹਦੇ। ਇਹ ਜਿਹੜਾ ਰਾਜਾ ਤੈਨੂੰ ਕਹਿੰਦਾ ਨਾ ਵੀ ਇਸਲਾਮ ਕਬੂਲ ਕਰ ਲਾ, ਜਾਂ ਸਾਡੇ ਵੱਲ ਆ ਜਾ, ਤੇ ਜਾਂ ਮੋਮਨ ਬਣ ਜਾ, ਤੇ ਜਾਂ ਤੂੰ ਕਰਾਮਾਤ ਵਿਖਾ। ਕਹਿੰਦੇ ਪ੍ਰਮਾਤਮਾ ਨੇ 4-5 ਗੱਲਾਂ ਕਹੀਆਂ। ਕਹਿੰਦੇ ਚੌਥੀ ਜੀ ਕਹਿੰਦੇ ਚੁੱਕ ਕੇ ਧਰਤੀ ਇਹਦੇ ਸਿਰ ਤੇ ਰੱਖਦਾ। ਤੇ ਜਦੋਂ ਚੌਥੀ ਗੱਲ ਆਈ ਨਾ, ਕਹਿੰਦੇ ਕਾਹੇ ਤਾਂ ਮੋਈ ਗਊ ਦੇਉ ਜੇ ਆਏ। ਕਹਿੰਦੇ ਕਹਿਣਾ ਤੇ ਮਰੀ ਗਊ ਜੋਤ ਕਰਦਾ। ਭਗਤ ਜੀ ਕਹਿੰਦੇ ਜੇ ਤੇਰਾ ਇੰਨਾ ਜੀ ਕਰਦਾ ਨਾ, ਇੰਨਾ ਨੁਕਸਾਨ ਕਰਨ ਦੀ ਬਜਾਏ ਤੂੰ ਵਾਹਿਗੁਰੂ ਮੇਰੀ ਪੱਤ ਰੱਖਣੀ ਆ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਜੀ। ਕਹਿੰਦੇ ਜੇ ਤੂੰ ਮੇਰੀ ਪੈਜ ਰੱਖਣੀ ਆ ਤੇ ਤੂੰ ਗਾਂ ਜਿਉਂਦੀ ਕਰ ਦੇ। ਫਿਰ ਭਗਤ ਦੇਵ ਜੀਆਂ ਦੀ ਫਿਰ ਪ੍ਰਮਾਤਮਾ ਨੇ ਗਊ ਜਿਉਂਦੀ ਕੀਤੀ, ਭਗਤ ਨਾਮਦੇਵ ਜੀਆਂ ਨੇ ਨਹੀਂ ਕੀਤੀ, ਭਗਤ ਦੀ ਰੱਖਣ ਵਾਸਤੇ। ਸੋ ਇਹ ਜਿਹੜੇ ਸਾਧੂ ਨੇ ਨਾ, ਇਹ ਪ੍ਰਮਾਤਮਾ ਇਹਨਾਂ ਦੇ ਅਧੀਨ ਆ। ਤੇ ਜਦੋਂ ਇਹ ਸਾਧੂ ਜੇ ਪ੍ਰਮਾਤਮਾ ਨੂੰ ਧਰਤੀ 30% ਆ ਤੇ 70% ਪਾਣੀ ਆ ਇਸ ਬ੍ਰਹਿਮੰਡ ਦੇ ਅੰਦਰ। ਸ਼ਾਇਦ ਮੈਨੂੰ ਜੋ ਜਿੰਨੀ ਕੁ ਸਮਝ ਆ, ਹਾਂਜੀ, ਜੋ ਮੈਂ 1-2 ਵਾਰ ਪੜ੍ਹਿਆ ਜਾਂ ਵਿਚਾਰਿਆ, ਕਹਿੰਦੇ ਇਹ ਇੰਨਾ ਵੱਡਾ ਆ। ਪਰ ਜੇ ਸਮੁੰਦਰ ਹਲਚਲ ਕਰਦੇ, ਹੁਣ 30% ਨੂੰ 70% ਕੀ ਰਹਿਣ ਦੂ 30% ਦਾ ਜੇ ਹਲਚਲ ਚ ਸਮੁੰਦਰ ਚ ਆ ਜੇ। ਕਹਿੰਦੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਚਲਾਏਮਾਨ ਤੋਂ ਰਹਿਤ ਆ, ਆਦ ਅਰ ਅੰਤ ਦੋਵੇਂ ਪਹਿਲਾਂ ਵੀ ਸੀ ਤੇ ਅੰਤ ਤੱਕ ਵੀ ਇਹ ਆਪਣੀ ਜਾਂ ਤੇ ਕਿਤੇ ਚੱਲਣ ਵੀ ਤਾਂ ਉਹ ਨਾ ਤਾਂ ਜੇ ਮਰਿਆਦ ਫਿਰ ਥੋੜੀ ਜਿਹੀ ਹਿਲਜੁਲ ਕਰਕੇ ਦੁਨੀਆ ਨੂੰ ਵਿਖਾ ਕੇ ਕਿ ਅਸੀਂ ਹੈਗੇ ਆ, ਤੇ ਇਹ ਆਪਣੀ ਮਰਿਆਦਾ ਫਿਰ ਵੀ ਨਹੀਂ ਛੱਡਦੇ। ਨਹੀਂ ਤੇ ਜਿੱਦਣ ਇਹਨਾਂ ਮਰਿਆਦਾ ਛੱਡਤੀ ਉਦੋਂ ਸ੍ਰਿਸ਼ਟੀ ਦਾ ਨਾਸ਼ ਹੋ ਸਕਦਾ ਹੈਗਾ ਜੀ। ਕਹਿੰਦੇ ਇਸੇ ਕਰਕੇ ਇਹ ਰਾਜਨ ਜਨੋ, ਜਿਹੜੇ ਰਾਜੇ ਉਹ ਕਥਾ ਸੁਣਦੇ ਹੋ, ਜਿਨ੍ਹਾਂ ਰਾਜਿਆਂ ਨੂੰ ਇਹ ਕਥਾ ਰਾਜਨੀਤੀ ਸੁਣਾਈ ਜਾ ਰਹੀ ਆ। ਕਹਿੰਦੇ ਰਾਖਤ ਇਸੀ ਨਿਮਿਤ ਨ੍ਰਿਪ, ਨਿਮਿਤ ਰਾਖਤ ਰੱਖਦੇ ਹਨ, ਇਸੇ ਤਰੀਕੇ ਨਾਲ ਨਿਮਿਤ ਨ੍ਰਿਪ ਰੱਖਦੇ ਹਨ ਰਾਜੇ ਇਹਨਾਂ ਬੰਦਿਆਂ ਨੂੰ ਨਿਸ਼ਚਿਤ ਕਰਕੇ। ਨਿਮਿਤ ਭਾਵ ਕਿ ਇਹਨਾਂ ਨੂੰ ਆਪਣੇ ਕੋਲ ਰੱਖਦੇ ਨੇ। ਕਹਿੰਦੇ ਕਿਸ ਤਰ੍ਹਾਂ, ਜੋ ਮਾਨਸ ਕੁਲਵੰਤ, ਜਿਹੜੇ ਕੁਲਵੰਤ ਕੁਲ ਵਾਲੇ ਬੰਦੇ ਨੇ। ਕੁਲ ਵਾਲੇ ਬੰਦੇ ਕੌਣ ਨੇ? ਜਿਹੜੇ ਸਾਧੂ ਨੇ। ਸਾਧੂਆਂ ਨੂੰ ਰਾਜੇ ਜਿਹੜੇ ਨੇ ਉਹ ਆਪਣੇ ਇਸੀ ਨਿਰਪ ਕੋਲ ਰੱਖਦੇ, ਸਾਧੂਆਂ ਦੇ ਚਰਨਾਂ 'ਚ ਰਾਜੇ ਇਸੇ ਕਰਕੇ ਬਹਿੰਦੇ ਨੇ। ਕਿਉਂ? ਕਿਉਂਕਿ ਇਹਨਾਂ ਨੇ ਮਰਿਆਦਾ ਨਹੀਂ ਛੱਡਣੀ, ਨਾ ਝੂਠ ਨਹੀਂ ਬੋਲਣਾ। ਇਸੇ ਕਰਕੇ ਕੁੱਲ ਵਾਲੇ ਬੰਦੇ ਜਿਹੜੇ ਨੇ ਉਹਨਾਂ ਦੇ ਕੋਲੋਂ ਕਦੀ ਬੁਰਾਈ ਤਾਂ ਰੱਖਦੇ ਨੇ। ਰੱਖਣ ਦਾ ਕਾਰਨ ਵੀ ਇਹ ਆ ਗਿਆ ਨਾ, ਕਹਿੰਦੇ ਵੀ ਉਹ ਕਦਾਚਿਤ ਵੀ ਆਦ ਅਰ ਅੰਤ ਆਪਣੀ ਜਿਹੜਾ ਉਹਨਾਂ ਤੇ ਬੁਰਾ ਨਾ ਹੋ, ਤੇ ਬੁਰਾ ਉਹਨਾਂ ਦੇ ਕੀਤਾ ਹੋਇਆ ਕੰਮ ਕਦੀ ਗਲਤ ਨਹੀਂ ਕਰਦੇ। ਉਹ ਗਲਤ ਕਰਦੇ ਹੀ ਨਹੀਂ, ਉਹਨਾਂ ਦਾ ਕੀਤਾ ਹੋਇਆ ਕੰਮ ਗਲਤ ਨਹੀਂ ਹੁੰਦਾ, ਸਦਾ ਸਹੀ ਹੁੰਦਾ ਹੈ। ਸੈਲ ਨਾਮ ਹੈ ਪੱਥਰ ਦਾ, ਪਹਾੜ ਦਾ। ਕਹਿੰਦੇ ਪਹਾੜਾਂ ਚੋਂ ਮਾਣਕ ਲੱਭਦੇ ਆ ਨਾ, ਪਹਾੜਾਂ ਦੀ ਖੁਦਾਈ ਕਰਦੇ ਜਾਂ ਪਹਾੜਾਂ ਚੋਂ ਮਾਣਕ, ਬੜੇ ਮਹਿੰਗੀ ਹੀਰੇ ਜਵਾਹਰਾਤ ਮਾਣਕ ਜਿਹਨੂੰ ਕਹਿ ਦਿੰਦੇ ਆ। ਕਹਿੰਦੇ ਪੱਥਰ ਦੇ ਵਿੱਚ ਮਾਣਕ ਨਹੀਂ। ਗਾਜ ਨਾਮ ਹੈ ਹਾਥੀ ਦਾ, ਤੇ ਗਾਜ ਦੇ ਮੱਥੇ 'ਚ ਕਹਿੰਦੇ ਜਿਹੜੀ ਮੋਤੀ ਨਿਕਲਦਾ ਆ, ਗਾਜ ਮੋਤੀ ਕਹਿ ਦਿੰਦੇ ਉਹਨੂੰ। ਕਹਿੰਦੇ ਜਣੇ ਖਣੇ ਗਾਜ ਹਾਥੀ ਦੇ ਵਿੱਚ ਮੋਤੀ ਨਹੀਂ ਹੈਗਾ। ਸੈਲ ਮਾਣਕ ਨਹੀਂ, ਗਾਜ ਮੋਤੀ ਨਾ ਹੈ। ਅੱਗੇ ਪੜੋ। ਬਨ ਨਾਮ ਹੈ ਜੰਗਲ ਦਾ। ਜੰਗਲ ਦੇ ਵਿੱਚ ਚੰਦਨ ਰੁੱਖ ਨਹੀਂ ਮਿਲ ਜਾਂਦਾ। ਹੁਣ ਜਣੇ ਖਣੇ ਜੰਗਲ ਦੇ ਵਿੱਚ ਥੋੜੀ ਮਿਲੂਗਾ। ਇਸੇ ਆਣ ਕੇ ਗੱਲ ਕਿਸੇ ਖਤਮ ਕਰਦੇ ਆ। ਕਹਿੰਦੇ ਸਾਧ ਨਾ ਪੁਰ ਮਾਹੇ। ਪੁਰ ਨਾਮ ਹੈ ਪਿੰਡ ਦਾ। ਕਹਿੰਦੇ ਪਿੰਡ 'ਚ ਸਾਧ ਵੀ ਨਹੀਂ ਬੈਠਾ। ਐਵੇਂ ਪੱਗਾਂ ਤੇ ਬਥੇਰਿਆਂ ਨੇ ਬੰਨੀਆਂ ਵਾ, ਪਰ ਅਸਲੀਅਤ ਇਹ ਆ ਜਿਵੇਂ ਹਾਂਜੀ ਪੱਥਰ ਦੇ ਵਿੱਚੋਂ ਮਾਣਕ ਨਹੀਂ ਲੱਭਦਾ, ਜਿਵੇਂ ਗਾਜ ਹਾਥੀ ਦੇ ਵਿੱਚੋਂ ਮੋਤੀ ਨਹੀਂ ਮਿਲਦਾ, ਜਣੇ ਖਣੇ ਜੰਗਲ ਦੇ ਵਿੱਚੋਂ ਚੰਦਨ ਨਹੀਂ ਮਿਲਦਾ, ਐਵੇਂ ਜਣੇ ਖਣੇ ਪਿੰਡ 'ਚੋਂ ਸਾਧ ਵੀ ਨਹੀਂ ਜੇ ਮਿਲਦਾ। ਸਾਧ ਵੀ ਉਹਨਾਂ ਕੀਮਤੀ ਰਤਨਾ ਰੂਪੀ ਨੇ ਜਿਨ੍ਹਾਂ ਦੀ ਕਿਤੇ ਜਣੀ ਖਣੀ ਤੇ ਥਾਂ ਤੇ ਹੋਂਦ ਨਹੀਂ ਹੈਗੀ। ਸਾਧੂ ਐਡਾ ਕੱਚਾ ਵੀ ਨਹੀਂ ਹੁੰਦਾ ਵੀ ਆ ਜਿੰਨੇ ਆ ਸੰਤ ਬਣਾ ਲਏ ਆਪਣੇ ਆਪਾਂ, ਇਹ ਸੰਤ ਨਹੀਂ ਹੈਗੇ, ਇਹ ਤੇ ਨਾਸਤਿਕ ਨੇ, ਬਹੁਤੇ ਨਾਸਤਿਕ ਨੇ। ਇਹਨਾਂ ਚੋਂ ਆਪਾਂ
ਮੈਂ ਮੰਨਦਾ ਕਿ 1-ਅੱਧਾ% ਸਾਧੂ ਹੋਣਗੇ, ਜੇ ਕੋਈ ਹੋਊਗਾ 100 ਚੋਂ 1-ਅੱਧਾ%। ਤੇ ਇਹ ਕਰਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਧੂ ਹੁੰਦੇ ਹੀ ਨਹੀਂ ਆ, ਸਾਧੂ ਹੁੰਦੇ ਨੇ, ਪਰ ਸਾਧੂਆਂ ਦੇ ਭੇਖਧਾਰੀ ਵੀ ਬਹੁਤ ਜ਼ਿਆਦਾ ਹੁੰਦੇ ਨੇ, ਉਹ ਤੋਂ ਲਾ ਲਓ ਵੀ 100 ਗੁਣਾ ਹੀ ਵੱਧ ਹੁੰਦੇ ਨੇ। ਸੋ ਇਸ ਪ੍ਰਕਾਰ ਜਣੇ ਖਣੇ ਜੰਗਲ 'ਚ ਕਹਿੰਦੇ ਚੰਦਨ ਨਹੀਂ ਆ, ਤੇ ਪਿੰਡ ਪਿੰਡ ਦੇ ਵਿੱਚ ਸਾਧੂ ਨਹੀਂ ਹੈ। ਦੇਸ਼ ਦੇਸ਼ ਮੈਂ ਨਾਰ ਹੈ, ਦੇਸ਼ ਦੇਸ਼ ਮੈਂ ਜਾਤ। ਕਹਿੰਦੇ ਦੇਸ਼ ਦੇਸ਼ ਮਹਿ ਨਾਰ ਹੈ, ਕਹਿੰਦੇ ਹਰ ਦੇਸ਼ ਦੇ ਵਿੱਚ ਇਸਤਰੀ ਮਿਲ ਜਾਂਦੀ ਆ, ਸੰਤਾਨ ਪੁੱਤਰ ਪੈਦਾ ਉਹ ਕਰ ਸਕਦੀ ਆ। ਕਹਿੰਦੇ ਇਸ ਜਿਹੜੇ ਚਲਜ ਦੇਸ਼ ਦੇ ਵਿੱਚ ਤੁਹਾਨੂੰ ਔਰਤ ਜ਼ਰੂਰ ਮਿਲ ਜਾਵੇਗੀ। ਦੇਸ਼ ਦੇਸ਼ ਮੈਂ ਜਾਤ, ਜਿਹੜੇ ਜਿਹੜੇ ਦੇਸ਼ ਦੇ ਵਿੱਚ ਤੁਸੀਂ ਜਾਓਗੇ ਉੱਥੇ ਤੁਹਾਨੂੰ ਤੁਹਾਡੀ ਜਾਤ, ਤੁਹਾਡੇ ਜਿਹੜੇ ਜਾਤ ਦੇ ਬੰਦੇ ਨੇ ਉਹ ਵੀ ਮਿਲ ਜਾਣਗੇ। ਐਸੋ ਦੇਸ਼ ਨਾ ਦੇਖੀਐ ਜਹਾਂ ਸਹੋਦਰ ਭਰਾਤ। ਕਹਿੰਦੇ ਐਸੋ ਦੇਖ, ਤੁਹਾਨੂੰ ਇਹੋ ਜਿਹਾ ਘਰ, ਇਹੋ ਜਿਹਾ ਦੇਸ਼ ਨਹੀਂ ਦਿਖਣਾ ਕਰੂਗਾ ਜਿੱਥੇ ਇੱਕੇ ਸਕੇ ਭਰਾ ਇੱਕ ਦੂਜੇ ਨੂੰ ਧੋਖਾ ਦੇਵਣ। ਇਹ ਬੜੀ ਪੁਰਾਣੀ ਗੱਲ ਆ, ਹੁਣ ਤੇ ਇਹ ਗੱਲ ਬਦਲ ਚੁੱਕੀ ਹੈ, ਕਿਉਂਕਿ ਜਦੋਂ ਲਿਖੀ ਉਦੋਂ ਕਹਿੰਦੇ ਦੇ ਅਜਿਹਾ ਸਹੋਦਰ ਭਰਾਤ, ਜਿੱਥੇ ਸਹੋਦਰ ਸਹਿ ਨਾਮ ਅਲੱਗ ਨਾ ਹੋਣ ਦਾ ਦਰ। ਕਹਿੰਦੇ ਇੱਕੋ ਮਾਂ ਦੇ ਪੇਟ ਦੇ ਵਿੱਚੋਂ ਜੰਮੇ ਹੋਏ ਭਰਾ ਜਿਹੜੇ ਨੇ, ਐਸੋ ਦੇਸ਼ ਨਾ ਦੇਖੀਏ ਜਹਾਂ ਸਹੋਦਰ ਭਰਾਤ, ਜਿੱਥੇ ਦੋਵੇਂ ਭਰਾ ਇੱਕ ਦੂਜੇ ਦੇ ਜਿਹੜੇ ਆ ਕਹਿੰਦੇ ਉਹ ਧੋਖਾ ਨਾ ਦੇਵੇ। ਕਹਿੰਦੇ ਹਰ ਥਾਂ ਤੇ ਜਾਵੇ ਤੇ ਭਰਾ ਭਰਾ ਨੂੰ ਧੋਖਾ ਨਾ ਦੇਵੇ। ਕਹਿੰਦੇ ਇਹੋ ਜਿਹਾ ਕੋਈ ਇਹੋ ਜਿਹਾ ਥਾਂ ਨਹੀਂ ਆ ਕਿ ਜਿੱਥੇ ਭਰਾ ਨੂੰ ਭਰਾ ਧੋਖਾ ਨਾ ਦੇਵੇ। ਸਾਰਿਆਂ ਥਾਵਾਂ ਤੇ ਕੋਈ ਨਾ ਕੋਈ ਧੋਖਾ ਜ਼ਰੂਰ ਦਿੰਦੇ ਨੇ। ਮੂਰਖ ਨਰ ਕੋ ਛੱਡ ਕੇ ਪ੍ਰਗਟ ਦੁਪਾਗ ਪਾਸ ਇੰਗ। ਕਹਿੰਦੇ ਮੂਰਖ ਪਸ਼ੂ ਜਿਹੜਾ ਮੂਰਖ ਨਰ ਦਾ ਹੈਗਾ, ਮੂਰਖ ਬੰਦਾ ਨੂੰ ਛੱਡ ਕੇ, ਕਹਿੰਦੇ ਉਹਨੂੰ ਛੱਡ ਦੋ। ਛਾੜ ਜੈ ਪਾਠ ਹੈ ਤੁਹਾਡੇ? ਹਾਂ ਹਾਂ, ਕਹਿੰਦੇ ਇਸੇ ਤਰ੍ਹਾਂ, ਹਾਂਜੀ, ਦੁਪੱਗ ਦੋ ਪੈਰਾਂ ਵਾਲੇ ਪਸ਼ੂ, ਦੁਪੱਗ ਦੋ ਪੈਰਾਂ ਵਾਲੇ, ਕਹਿੰਦੇ ਜਿਹੜੇ ਪਸ਼ੂ ਆ ਨਾ, ਦੋ ਪੱਗ ਦਾ ਇਹ ਅਰਥ ਹੈ, ਕਹਿੰਦੇ ਉਹਨਾਂ ਦੇ ਜਿਹੜੇ ਇੰਗ ਨਾਮ ਆ, ਉਹਨਾਂ ਦੀਆਂ ਚਿੰਨ੍ਹ ਨਿਸ਼ਾਨੀਆਂ ਜਿਹੜੀਆਂ ਹਨੀਆਂ, ਉਹ ਉਹੀ ਮੂਰਖ ਨੂੰ, ਜੇ ਮੂਰਖ ਨਾਲ ਕੋ ਛਾੜ ਦੇ, ਮੂਰਖ ਨੂੰ ਛੱਡ ਦੇ, ਜਿੱਦਾਂ ਉਹਨਾਂ ਦੀਆਂ ਨਿਸ਼ਾਨੀਆਂ ਉਸ ਤਰ੍ਹਾਂ ਹੀ ਮੂਰਖ ਹੈ। ਕਹਿੰਦੇ ਜਿਵੇਂ ਅਦ੍ਰਿਸ਼ਟ ਸਾਹਮਣੇ ਨਾ ਦਿਖਣ ਵਾਲਾ ਕਾਂਟਾ ਕੰਡਾ ਸਾਡੇ ਪੈਰਾਂ ਦੇ ਵਿੱਚ ਚੁੱਭ ਜਾਵੇ, ਤੇ ਇਸੇ ਤਰ੍ਹਾਂ ਹੀ ਉਹ ਮੂਰਖ ਜਿਹੜੇ ਨੇ ਹਨੇ ਵਚਨ, ਉਹ ਵਚਨਾਂ ਰੂਪੀ ਜਿਹੜੇ ਸਿੰਘ ਨੇ ਨਾ, ਦੋ ਸਿੰਘ, ਉਹ ਸਾਨੂੰ ਮਾਰਦੇ ਰਹਿੰਦੇ। ਜਿਹੜੇ ਮੂਰਖ ਬੰਦੇ ਹੁੰਦੇ ਆ, ਜਿਹੜੇ ਗਲਤ ਸੰਸਾਰ ਦੇ ਵਿੱਚ ਧਾਰਨਾ ਫੈਲਾਉਂਦੇ ਹਨ ਜੀ। ਪੁੱਤਰ ਸੌਂਪੀਐ ਤੱਗਿਆ ਕੋ ਤਉ ਹੋਵੇ ਬੁੱਧਮਾਨ। ਹਾਂਜੀ, ਪੁੱਤਰ ਸੌਂਪੀਐ ਤੱਗਿਆ ਕੋ, ਪੁੱਤਰ ਕਹਿੰਦੇ ਸੌਂਪੀਏ ਸੌਂਪ ਦੇਣਾ ਕਰੀਏ। ਤੱਗਿਆ ਨਾਮ ਹੈ ਵਿਦਵਾਨ ਦਾ, ਕਹਿੰਦੇ ਵਿਦਵਾਨ ਉਸਤਾਦ ਦੇ ਕੋਲ ਆਪਣਾ ਪੁੱਤ ਛੱਡੀਏ। ਤਾਂ ਕਰਕੇ ਹੋਵੇ, ਉਹ ਹੋਵੇਗਾ ਕਹਿੰਦੇ ਬੁੱਧਵਾਨ, ਬੁੱਧੀ ਵਾਲਾ ਹੋਊਗਾ ਜੇ ਇਹਨੂੰ ਵਿਦਵਾਨ ਦੇ ਕੋਲ ਛੱਡਾਂਗੇ। ਪੂਜ ਹੋਏ ਸਭ ਜਗਤ ਮੈਂ ਅਰ ਪਾਵੈ ਸਨਮਾਨ। ਪੂਜ ਹੋਏ, ਪੂਜਾ ਹੋਵੇਗੀ ਸਭ ਜਗਤ, ਸਾਰੇ ਜਗਤ ਦੇ ਮੈਂ ਦਾ ਵਿੱਚ, ਸਾਰੇ ਜਗਤ ਚ ਪੁੱਤ ਤੁਹਾਡਾ ਪੂਜਿਆ ਜਾਊਗਾ। ਅਰ ਪਾਵੈ ਸਨਮਾਨ, ਤੇ ਸਤਿਕਾਰ ਬੜਾ ਜ਼ਿਆਦਾ ਕਹਿੰਦੇ ਉਹ ਪਾਵੇਗਾ, ਸਾਰੇ ਲੋਕ ਉਹਦਾ ਸਤਿਕਾਰ ਕਰਨਗੇ। ਕਿਉਂ? ਜੇ ਉਹਨੂੰ ਵਿਦਵਾਨ ਜਨ ਦੇ ਕੋਲ ਖੜ ਕੇ ਛੱਡ ਕੇ ਪੜ੍ਹਾਇਆ ਹੋਊ ਤਾਂ। ਮਾਤ ਪਿਤਾ ਸੋ ਸਤਰ ਹੈ ਪੁੱਤਰ ਪੜਾਵਤ ਨਾਹਿ। ਮਾਤਾ ਪਿਓ, ਮਾਂ ਪਿਓ ਉਹ ਸ਼ਤਰੂ ਦੁਸ਼ਮਣ ਹਨ ਪੁੱਤ ਦੇ, ਜਿਹੜੇ ਆਪਣੇ ਪੁੱਤ ਨੂੰ ਪੜ੍ਹਾਉਣਾ ਨਹੀਂ ਕਰਦੇ। ਬ੍ਰਹਮ ਵਿਦਿਆ, ਸੰਸਾਰ ਦੀ ਵਿਦਿਆ ਜਿਹੜੇ ਨਹੀਂ ਪੜ੍ਹਾਉਂਦੇ, ਉਹ ਪਿਓ ਮਾਂ ਪਿਓ ਪੁੱਤ ਦੇ ਦੁਸ਼ਮਣ ਹਨ। ਕਹਿੰਦੇ ਸ਼ੋਭਾ ਨਹੀਂ ਪਾਉਂਦੇ ਪਾਵਤ ਸਭਾ ਮੈਂ। ਉਹ ਵਿਦਵਾਨ ਜਿਹੜੇ ਨਹੀਂ ਕਿਸੇ ਕੋਲੋਂ ਪੜ੍ਹੇ, ਜਿਹੜਾ ਪੁੱਤ ਪੜ੍ਹਿਆ ਨਹੀਂ, ਉਹ ਸਭਾ ਦੇ ਵਿੱਚ ਸ਼ੋਭਾ ਨਹੀਂ ਪਾਉਂਦਾ। ਜਿਸ ਤਰ੍ਹਾਂ ਕਹਿੰਦੇ ਬਗ ਹੰਸਨ ਮਾਹੇ, ਬਗਲਾ ਹੰਸਾਂ ਦੇ ਵਿੱਚ ਬਹਿ ਜੇ, ਤੇ ਹੰਸਾਂ ਦੀ ਕਿੱਡੀ ਸੋਹਣੀ ਸੂਰਤ ਤੇ ਕਿੰਨੇ ਮਹਿੰਗੇ ਨੇ ਉਹ, ਤੇ ਹੁਣ ਬਗਲਾ ਥੋੜ੍ਹੀ ਉਹਨਾਂ ਦੀ ਡੰਡੀਆਂ ਖਾਣਾ ਮੁਕਾਬਲਾ ਕਰ ਜੂਗਾ। ਕਹਿੰਦੇ ਇਸੇ ਤਰ੍ਹਾਂ ਹੀ ਅਨਪੜ੍ਹ ਬੰਦਾ ਵਿਚਾਰਾ, ਜਿਹਨੂੰ ਪੜ੍ਹਾਇਆ ਨਹੀਂ, ਉਹ ਪੁੱਤ ਦਾ ਸਤਿਕਾਰ ਨਹੀਂ ਬਣਦਾ। ਤੇ ਗਲਤੀ ਕਿਹਦੀ ਹੈ? ਮਾਂ ਪਿਤਾ ਦੀ। ਉਹ ਮਾਂ ਪਿਓ ਉਸ ਪੁੱਤ ਦੇ ਦੁਸ਼ਮਣ ਨੇ, ਉਹਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਵੇਖ ਲਓ, ਆ ਕਿੱਡੀ ਵੱਡੀ ਆਪਣੇ ਵਾਸਤੇ ਆ ਗੱਲ ਆ। ਆਪਾਂ ਪ੍ਰਮਾਣ ਦਿੱਤਾ ਸੀ ਨਾ, ਸ਼ਲੋਕ ਅਰਧ, ਸ਼ਲੋਕ ਨਾਮ ਇੱਕ ਸ਼ਲੋਕ ਦਾ, ਅਰਧ ਨਾਮ ਅੱਧੇ ਦਾ, ਹਾਂਜੀ। ਚਤੁਰਥ ਨਾਮ ਹੈ ਚੌਥੇ ਹਿੱਸੇ ਦਾ। ਕਹਿੰਦੇ ਚੌਥਾ ਹਿੱਸਾ ਨਿਤ ਪੜ੍ਹ ਛਾਡੇ ਬਿਨਾਗ, ਰੋਜ਼
ਪੜ ਛੱਡਣਾ ਕਰੇ ਬੇਨਾਗ। ਬੇਨਾਗਾ ਇੱਕ ਸ਼ਲੋਕ, ਅੱਧਾ ਸ਼ਲੋਕ ਨਹੀਂ ਤੇ ਚੌਥਾ ਹੀ ਸਹੀ ਇੱਕ ਸ਼ਲੋਕ ਰੋਜ਼ ਜਿਹੜਾ ਨਾ ਅਰਥਾਂ ਸਮੇਤ ਕਹਿੰਦੇ ਪੜ ਦੇਣਾ ਚਾਹੀਦਾ ਹੈ। ਨਿਤ ਕਰਮ ਤੈਸੇ ਕਰੈ ਬੁੱਧਵੰਤ ਵਿਭਾਗ। ਕਹਿੰਦੇ ਇਹ ਜਿਹੜਾ ਨਿਤ ਕਰਮ ਇਸ ਤਰ੍ਹਾਂ ਹੀ ਉਹ ਹਰ ਰੋਜ਼ ਇਹ ਕੰਮ ਨੂੰ ਕਰੇਗਾ ਤਾਂ ਉਹ ਫਿਰ ਇੱਕ ਦਿਨ ਬਹੁਤ ਜ਼ਿਆਦਾ ਬੁੱਧੀਵਾਨ ਹੋ ਜਾਵੇਗਾ। ਜੇ ਉਹ ਰੋਜ਼ ਇਸ ਤਰ੍ਹਾਂ ਕਰੂਗਾ ਥੋੜਾ 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 ਤੇ ਵੱਡੇ ਭਾਗਾਂ ਵਾਲਾ ਪ੍ਰਮਾਤਮਾ ਦੇ ਨਾਲ ਮੇਲ ਹੋਣ ਵਾਲਾ ਉਹਦਾ ਹੋ ਜਾਊਗਾ। ਜੇ ਉਹ ਰੋਜ਼ ਇੰਨਾ ਕੁ ਪੜ੍ਹਦਾ ਮਤਲਬ ਇਹਦਾ ਇਹ ਆ ਵੀ ਪੜ੍ਹੋ, ਨਹੀਂ ਪੜ੍ਹਿਆ ਜਾਂਦਾ ਥੋੜਾ ਪੜ੍ਹੋ, ਫਿਰ ਨਹੀਂ ਪੜ੍ਹਿਆ ਜਾਂਦਾ ਤਾਂ ਕਮ ਸੇ ਕਮ ਬਿਲਕੁਲ ਥੋੜਾ ਤੇ ਪੜ੍ਹੋ। ਜੇ ਤੁਸੀਂ ਪੜ੍ਹਦੇ ਰਹੋਗੇ ਤੇ ਤੁਹਾਡਾ ਸਦਾ ਸਤਿਕਾਰ ਬਣਿਆ ਰਹੇਗਾ। ਜਿਉ ਸੁਗੰਧ ਪੁਸ਼ਪੀ ਬਿਰਸ਼ ਸਭ ਬਨ ਕਰੈ ਸੁਗੰਧ। ਜਿਉਂ ਸੁਗੰਧ, ਜਿਵੇਂ ਸੁਗੰਧੀ ਪੁਸ਼ਪ ਦੇ ਫੁੱਲ ਦੇ ਕੋਲ ਬ੍ਰਿਸ਼ ਨਾਮ ਫੁੱਲ ਦੇ ਬੂਟੇ ਦਾ, ਕਹਿੰਦੇ ਜਿਵੇਂ ਸੁਗੰਧੀ ਪੁਸ਼ਪੀ ਬ੍ਰਿਸ਼ ਦੇ ਵਿੱਚ ਰਹਿੰਦੀ ਹੈ। ਸਭ ਬਨ ਕਰੇ ਸੁਗੰਧ, ਤੇ ਉਹ ਨਿਕਲਦੀ ਕਿਹਦੇ ਚੋਂ? ਪੁਸ਼ਪ ਦੇ ਫੁੱਲ ਚੋਂ। ਤੇ ਸੁਗੰਧੀ ਉਹ ਸਾਰੇ ਜੰਗਲ ਜੀ ਕਰ ਦਿੰਦੀ ਹੈਗੀ। ਬਨ ਨਾਮ ਜੰਗਲ ਦਾ ਕਹਿੰਦੇ ਖਿਲਾਰ ਦਿੰਦੀ ਹੈ। ਜਿਉ ਸਪੁੱਤਰ ਤੇ ਹੋਤ ਹੈ ਆਨੰਦਤ ਕੁਲ ਬੰਦ। ਤਿਉਂ ਇਸੇ ਕਰਕੇ ਸੋ ਨਾਮ ਸ੍ਰੇਸ਼ਟ ਦਾ ਪੁੱਤ ਨਾਮ ਪੁੱਤਰ ਦਾ। ਸਿਆਣਾ ਚੰਗਾ ਸ੍ਰੇਸ਼ਟ ਪੁੱਤ ਜਿਹੜਾ ਹੈ ਨਾ ਉਹਦੇ ਤੋਂ ਹੁੰਦੀ ਹੈ, ਤੇ ਹੋਤ ਹੈ ਉਹਦੇ ਤੋਂ ਹੋ ਜਾਂਦੀ ਹੈ। ਆਨੰਦਤ ਖੁਸ਼ੀਆਂ ਸਹਿਤ ਕੁਲ ਬੰਦ, ਕੁਲ ਨਾਮ ਕੁਲ ਦਾ ਤੇ ਬੰਦ ਨਾਮ ਰਿਸ਼ਤੇਦਾਰਾਂ ਦਾ। ਕਹਿੰਦੇ ਸਾਰੇ ਹੀ ਉਹ ਤੋਂ ਫਿਰ ਜਿਹੜੇ ਆ ਉਹ ਆਨੰਦਤ ਬੜੇ ਖੁਸ਼ ਹੋ ਜਾਂਦੇ ਆ ਵੀ ਲੈ ਵੀ ਇਹਦੇ ਬੜਾ ਮੁੰਡਾ ਚੰਗਾ, ਇਹਦਾ ਪੁੱਤ ਬੜਾ ਸ੍ਰੇਸ਼ਟ ਹੈਗਾ। ਕਹਿੰਦੇ ਇਸੇ ਤਰ੍ਹਾਂ ਹੀ ਉਹ ਸੁਗੰਧੀ ਪੁਸ਼ਪੀ ਜਿਹੜਾ ਵਾ ਉਹਦੀ 'ਚ ਹੁੰਦੀ ਹੈ ਤੇ ਸਾਰੇ ਜੰਗਲ 'ਚ ਕਰਦੀ ਹੈ। ਪੁੱਤ ਸ੍ਰੇਸ਼ਟ ਨਿਕਲ ਆਵੇ ਤੇ ਸਾਰਿਆਂ ਨੂੰ ਸ਼ੋਭਾ ਉਹਦੀ ਮਿਲ ਜਾਂਦੀ ਹੈ। ਇੱਕ ਬਾਂਸ ਤੇ ਨਿਕਸ ਕਰੈ ਅਗਨ ਦਹਿ ਬਨ ਘਾਸ। ਇੱਕ ਬਾਂਸ ਤੋਂ ਨਿਕਲ ਕਰਕੇ ਕਹਿੰਦੇ ਅਗਨ ਦਹਿ ਬਨ ਘਾਸ, ਜੇ ਉਹ ਅੱਗ ਜਿਹੜੀ ਆ ਸਾੜ ਦੇਵੇ ਘਾਹ ਨੂੰ ਤੇ ਫਿਰ ਕਹਿੰਦੇ ਜੰਗਲ ਸਾਰਾ ਹੀ ਤਬਾਹ ਕਰ ਦਿੰਦੀ ਆ ਜਿੱਥੋਂ ਤੱਕ ਵੀ ਲੱਕੜ ਹੋਵੇ। ਕਿਉਂ ਕਪੂਤ ਤੇ ਹੋਤ ਹੈ ਸਭ ਕੁਟੰਬ ਕੋ ਨਾਸ। ਇਸੇ ਤਰ੍ਹਾਂ ਹੀ ਕਹਿੰਦੇ ਮਾੜਾ ਕੋ ਨਾਮ ਮਾੜੇ ਦਾ, ਪੂਤ ਨਾਮ ਪੁੱਤ ਦਾ। ਕਹਿੰਦੇ ਇਸੇ ਤਰ੍ਹਾਂ ਹੀ ਮਾੜੇ ਪੁੱਤ ਨੂੰ ਕੀ ਹੋ ਜਾਂਦਾ? ਸਭ ਕੁਟੰਬ ਸਾਰੇ ਪਰਿਵਾਰ ਕੋ ਨਾਸ ਹੋ ਜਾਂਦਾ। ਜਿਵੇਂ ਬਾਂਸ ਇੱਕ ਤੋਂ ਹੀ ਅੱਗ ਨਿਕਲ ਕੇ ਸਾਰੇ ਜੰਗਲ ਨੂੰ ਸਾੜ ਦਿੰਦੀ ਆ, ਮਾੜਾ ਪੁੱਤ ਇਸੇ ਤਰ੍ਹਾਂ ਹੀ ਸਾਰੇ ਪਰਿਵਾਰ ਦਾ ਹੀ ਨਾਸ਼ ਕਰਾ ਦਿੰਦਾ। ਜੇ ਕੋਈ ਬਦ ਚੱਲਣ ਨਿਕਲ ਆਵੇ, ਪੁੱਤ ਵੀ ਮਾੜਾ ਨਿਕਲ ਆਵੇ, ਉਹ ਪੁੱਤ ਬੇੜਾਗਰ ਕਰ ਦਿੰਦਾ, ਸਾਰੀ ਕੁੱਲ ਦਾ ਰਿਸ਼ਤੇਦਾਰਾਂ ਦਾ ਨੱਕ ਵਢਾ ਕੇ ਰੱਖ ਦਿੰਦਾ। ਲੋਭੀ ਕੋ ਸੰਤੋਖ ਨਹਿ ਦੁਸ਼ਟ ਚਿੱਤ ਕੋ ਧਰਮ। ਲੋਭੀ ਬੰਦੇ ਨੂੰ ਕਦੀ ਸੰਤੋਖ ਨਹੀਂ ਆ ਸਕਦਾ, ਕਿਉਂਕਿ ਮਹਾਰਾਜ ਦਾ ਬਚਨ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕਿਸੇ ਨੂੰ ਰੱਜ ਨਹੀਂ ਆਉਂਦਾ। ਦੁਸ਼ਟ ਚਿੱਤ ਕੋ ਭਰਮ, ਜਿਹੜਾ ਦੁਸ਼ਟ ਆ ਨਾ ਉਹਦੇ ਚਿੱਤ ਦੇ ਵਿੱਚੋਂ ਕਦੀ ਭਰਮ ਨਾਸ਼ ਨਹੀਂ ਹੋ ਸਕਦਾ। ਉਹ ਵਹਿਮੀ ਹੋਊਗਾ, ਭਰਮੀ ਹੋਊਗਾ, ਇੰਨਾ ਭਰਮ। ਹਾਂਜੀ ਹਾਂ ਉਹ ਮਤਲਬ ਧਰਮ ਕਹਿੰਦੇ ਦੁਸ਼ਟ ਚਿੱਤ ਕੋ ਧਰਮ, ਜਿਹੜਾ ਦੁਸ਼ਟ ਬੰਦਾ ਉਹਨੂੰ ਕਦੀ ਮਤਲਬ ਭਰਮ ਨਾਸ਼ ਨਹੀਂ ਹੋਣਾ, ਉਹਨੂੰ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਹੋਣਾ, ਉਹਨੇ ਭਰਮੀ ਨਹੀਂ ਧਰਮੀ ਤੇ ਕੀ ਬਾਨਾ, ਉਹਨੇ ਭਰਮੀ ਬਣੇ ਰਹਿਣਾ। ਉਹਦਾ ਫਿਰ ਕਹਿੰਦੇ ਦੁਸ਼ਟ ਬੰਦੇ ਦਾ ਚਿੱਤ ਜਿਹੜਾ ਆ ਨਾ ਉਹ ਇਸ ਤਰ੍ਹਾਂ ਦਾ ਰਹਿੰਦਾ, ਉਹ ਕਦੀ ਸੁਧਰ ਨਹੀਂ ਸਕਦਾ, ਜਾਣੀ ਕਿ ਉਹਨੇ ਦੁਸ਼ਟਤਾ ਹੀ ਛੱਡਣੀ ਨਹੀਂ। ਭਾਗਹੀਨ ਕੋ ਅਰਥ ਨਹਿ ਆਯੂਹੀਨ ਕੋ ਕਰਮ। ਇਸੇ ਤਰ੍ਹਾਂ ਕਹਿੰਦੇ ਮਾੜੇ ਭਾਗਹੀਨ ਮਾੜੇ ਭਾਗਾਂ ਵਾਲੇ ਕੋ ਅਰਥ ਨਾਮ ਮਾਇਆ ਨਹੀਂ, ਉਹਦੇ ਕੋਲ ਜਿਹਦੇ ਕੋਲ ਵਿਚਾਰੇ ਦੇ ਭਾਗ ਮਾੜੇ ਉਹਦੇ ਕੋਲ ਮਾਇਆ ਕਿੱਥੋਂ ਹੋਣੀ, ਧਨ ਦੌਲਤ। ਆਯੂਹੀਨ ਕੋ ਕਰਮ, ਤੇ ਜਿਹਦੀ ਉਮਰ ਥੋੜੀ ਰਹਿ ਗਈ ਹੁਣ ਉਹ ਆਖੇ ਮੈਂ ਸੇਵਾ ਕਰਨ ਲੱਗ ਪਵਾਂ, ਉਹਦੇ ਕੰਮ ਕਿੱਥੇ ਕਰਮ ਨਹੀਂ, ਉਹਦੇ ਕੋਲ ਕਰਮ ਨਹੀਂ ਰਹਿ ਜਾਂਦਾ, ਉਹ ਆਪਣਾ ਕਰਮ ਨਹੀਂ। ਜੋ ਹੁਣ ਸਵਾਸ 2 ਰਹਿ ਗਏ ਤੇ ਕਰਮ ਕਰਨ ਦਾ ਜੀ ਕਰੂ ਤੇ ਉਹਦੀ ਕਰਮ ਕੀਤੇ ਕਿਹੜੇ ਕੰਮ ਦੇ। ਇਸੇ ਤਰ੍ਹਾਂ ਹੀ ਮਾੜੇ ਭਾਗਾਂ ਵਾਲੇ ਕੋ ਮਾਇਆ ਕਿੱਥੋਂ। ਲੋਭੀ ਬੰਦੇ ਦੀ ਤੇ ਸੰਤੋਖ ਆਉਣਾ ਹੀ ਨਹੀਂ, ਕਹਿੰਦੇ ਮਾੜੇ ਬੰਦੇ ਨੇ ਨਹੀਂ ਸੁਧਰਨਾ। ਇਸ ਕਰਕੇ ਆਪਣਾ ਇਹਨਾਂ ਤੋਂ ਸੁਧਰ ਕੇ ਰਹੋ, ਦੁਸ਼ਟ ਤੋਂ ਵੀ ਆਪਣਾ ਬਚਾਓ ਤੇ ਲੋਭੀ ਤੋਂ ਵੀ ਬਚਾਓ। ਲੋਭ ਆਪਣੇ ਅੰਦਰ ਲੋਭ ਨੂੰ ਨਾ ਆਉਣ ਦਿਓ। ਕਹਿੰਦੇ ਭੈ ਸਥਾਨ ਡਰ ਵਾਲੀ ਜਗ੍ਹਾ, ਦੁਰਭਿਖ ਕਾਲ ਪੈਣ ਤੇ ਮੈਂ ਨਾਸ਼ ਬੁਰੇ ਬਨ ਘੋਰ। ਕਹਿੰਦੇ ਜਿਹੜੇ ਵੱਡੇ ਵੱਡੇ ਜੰਗਲ ਹਨ ਹਨਾ, ਉਹ ਕਹਿੰਦੇ ਜੇ ਡਰ ਵਾਲੀ ਕੋਈ ਜਗ੍ਹਾ ਹੋਵੇ, ਦੁਰਭਿਖ ਕਾਲ ਵਾਲੀ ਬੜੀ ਕਹਿੰਦੇ ਮਾੜਾ ਸਮਾਂ ਹੋਵੇ, ਦੁਰਭਿਖ ਦੁਰ ਨਾਮ ਮਾੜੇ ਦਾ, ਭਿਖ ਨਾਮ ਸਮੇਂ ਦਾ। ਕਹਿੰਦੇ ਜਿਹੜਾ ਕੋਈ ਕਾਲ ਹੋਵੇ, ਦੁਰਭਿਖ ਬੜਾ ਜ਼ਿਆਦਾ ਮਾੜਾ ਭਿਆਨਕ, ਨਾਸ਼ ਬੁਰੇ ਬਨ ਔਰ ਬੜੀ ਜ਼ਿਆਦੀ ਨਾਸ ਪਾਠ ਹੈ ਤੁਹਾਡੇ ਕਿ ਸਾਥ ਪਾਠ ਹੋਣਾ ਹੈ ਨਾ। ਦੁਰਭਿਖ ਕਿੱਥੇ ਮੇਰੇ ਪੋਥੀ 'ਚ ਹੋ ਰਿਹਾ, ਕਿੱਥੇ ਪਾਠ ਕਿੱਥੇ ਆ?
ਭੈ ਸਥਾਨ ਦੁਰਪਿਖ ਮੈਂ ਇੱਧਰ ਬੁਰੇ ਬੁਰੇ ਸੰਗ ਪਾਠ ਹੈ ਨਾ, ਬੁਰੇ ਸੰਗ ਬਨ ਕੋ ਹਾਂ ਬਨਕੋਰ। ਕਹਿੰਦੇ ਬੁਰੇ ਬੰਦੇ ਦੀ ਜਿਹੜੀ ਹੈ ਨਾ ਉਹ ਕਹਿੰਦੇ ਹਾਂ ਕਹਿੰਦੇ ਭੈ ਸਥਾਨ ਮਾੜੇ ਥਾਂ ਤੇ ਕਹਿੰਦੇ ਮੌਤ ਦਾ ਡਰ ਬਣਿਆ ਰਹਿੰਦਾ ਹੈ। ਔਰ ਸੰਗ ਬੁਰੇ ਬਨ ਘੋਰ, ਬੜੇ ਜ਼ਿਆਦੇ ਸੰਘਣੇ ਬੁਰੇ ਸੰਘਣੇ ਜੰਗਲ ਘੋਰ ਦੇ ਵਿੱਚ ਜਿਹੜਾ ਇਸ ਚੀਜ਼ ਦਾ ਕਹਿੰਦੇ ਬੰਦੇ ਨੂੰ ਡਰ ਬਣਿਆ ਰਹਿੰਦਾ ਹੈ। ਕਟਕ ਬੈਰਾਨਾ ਦੇਖ ਕੇ ਦੂਰ ਭਾਜ ਕਿਤ ਔਰ ਬਗਾਨੀਆਂ ਫੌਜਾਂ, ਕਟਕ ਬਿਰਾਨਾ ਹੈਗਾ ਬਗਾਨੀਆਂ ਫੌਜਾਂ ਦਾ ਕਹਿੰਦੇ ਜਿਹੜਾ ਨੇੜਾ ਦੂਰੋਂ ਹੀ ਉਹਨਾਂ ਨੂੰ ਵੇਖ ਕੇ ਦੂਰ ਭਾਜ ਕੇ ਤੋਰ। ਬਾਗਾਨੀਆਂ ਫੌਜਾਂ ਦਾ ਕੀ ਪਤਾ ਕਿਹੜੇ ਵੇਲੇ ਵੈਰੀ ਤੇ ਆਣ ਕੇ ਉਹ ਚੜ੍ਹ ਜਾਣ, ਕਿਹੜੇ ਵੇਲੇ ਸਾਡੀਆਂ ਬਗਾਨੀਆਂ ਸਾਨੂੰ ਦੁਸ਼ਮਣ ਆ ਰਿਹਾ ਤੇ ਅਸੀਂ ਉਹਨਾਂ ਦੇ ਵੜਨ ਲੱਗੇ। ਕਹਿੰਦੇ ਉਹ ਤੋਂ ਦੂਰੋਂ ਹੀ ਆਪਣੀ ਜਿਹੜੀ ਹੈ ਜਿਹੜੀ ਦੂਰੀ ਬਣਾ ਲਓ। ਇਹ ਨਾ ਸੋਚੋ ਕਿ ਮੈਂ ਹੁਣ ਅੱਗੇ ਜਾ ਕੇ ਲੜਾਂ, ਭਲਾ ਆਪਣਾ ਸਟੈਂਡ ਹੋ ਕੇ ਲੜੋ ਅੱਗੇ। ਅੰਨ ਬਸਨ ਘਰ ਸੇਜ ਤ੍ਰੇਯ ਪੰਚ ਬਿਰਾਨੇ ਤਿਆਗ ਅੰਨ, ਹਾਂਜੀ ਅੰਨ ਨਾਮ ਆ ਰੋਟੀ ਪਾਣੀ ਦਾ, ਬਸਨ ਨਾਮ ਆ ਬਸਤਰਾਂ ਦਾ ਕੱਪੜਿਆਂ ਦਾ, ਸੇਜ ਨਾਮ ਆ ਮੰਜਾ ਬਿਸਤਰਾ ਜੋ ਵੀ ਘਰ ਦੇ ਵਿੱਚ ਆਪਾਂ ਵਰਤੇ, ਤ੍ਰੇਯ ਨਾਮ ਆ ਨਾਰੀ ਘਰ ਵਾਲੀ ਜਿਹੜੀ ਇਸਤਰੀ ਆ। ਕਹਿੰਦੇ ਪੰਚ ਬਿਰਾਨੇ, ਪੰਚ ਨਾਮ ਕਹਿੰਦੇ ਇਹ ਪੰਜ ਗਿਣਤੀ ਦੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੇਗਾਨੀਆਂ ਕਰ ਦਈਏ, ਛੱਡ ਦੇਣਾ ਕਰੀਏ ਤਾਂ ਸ਼ਾਰ ਦੀਜੀਆ ਦੇਖ ਕੇ ਦੂਰ ਹੋ ਜਾਈਆ ਭਾਗ। ਕਹਿੰਦੇ ਇਹ ਬੇਗਾਨੀਆਂ, ਬਿਰਾਨੇ ਨਾਮ ਹੈ ਬੇਗਾਨੀਆਂ ਦਾ। ਕਹਿੰਦੇ ਪੰਜ ਚੀਜ਼ਾਂ ਅੰਨ ਹੋ ਗਿਆ, ਕੱਪੜਾ ਹੋ ਗਿਆ, ਘਰ ਹੋ ਗਿਆ, ਸੇਜ ਹੋ ਗਈ ਮੰਜਾ ਬਿਸਤਰਾ ਤੇ ਤੀਆ ਘਰ ਵਾਲੀ, ਪੰਜ ਚੀਜ਼ਾਂ ਔਰਤ ਸਮੇਤ। ਕਹਿੰਦੇ ਪੰਜ ਚੀਜ਼ਾਂ ਬੇਗਾਨੀਆਂ ਵੇਖ ਕੇ ਛਾੜ ਦੇਖੀਏ ਦੀਜੀਏ ਦੇਖ ਕੇ, ਇਹਨਾਂ ਨੂੰ ਵੇਖ ਕੇ ਹੀ ਭਾਵ ਛੱਡ ਦਿਓ, ਦੂਰੋਂ ਜਾਈਏ ਭਾਗ ਪਰ ਨੇੜੇ ਨਾ ਜਾਇਓ, ਦੂਰੋਂ ਹੀ ਭੱਜ ਜਾਣਾ, ਦੂਰੋਂ ਹੀ ਵੇਖ ਕੇ ਛੱਡ ਦੇਣਾ ਕਰੋ। ਭਾਵ ਕਿਸੇ ਦੇ ਅੰਨ ਵੱਲ ਨਹੀਂ ਤੱਕਣਾ ਕਿ ਕਿੱਦਾਂ ਉਹਦਾ ਪ੍ਰਸ਼ਾਦਾ ਚੱਲਦਾ, ਉਹਦੇ ਬਸਤਰਾਂ ਵੱਲ ਨਾ ਧਿਆਨ ਦਿਓ ਵੀ ਇਹ ਕੀ ਕਰ ਰਿਹਾ ਹੈ, ਕੀ ਬਿਸਤਰੇ ਏਡੇ ਮਹਿੰਗੇ ਕਿਉਂ ਪਾਉਂਦਾ, ਘਰ ਵੱਲ ਨਾ ਜਾਓ, ਉਹਦੇ ਮੰਜੇ ਬਿਸਤਰੇ ਉਹਦੀ ਇੱਥੋਂ ਤੱਕ ਘਰ ਵਾਲੀ ਵਾਲੇ ਬੰਨੇ ਵੀ ਇਹ ਚੀਜ਼ਾਂ ਕਿਸੇ ਦੇ ਪਰਾਏ ਵੱਲ ਨਾ ਤੱਕਣਾ ਕਰੋ, ਇਹਨਾਂ ਤੋਂ ਦੂਰੋਂ ਹੀ ਭੱਜ ਜਾਣਾ ਕਰੋ। ਜੇ ਠਾਕੁਰ ਪੂਜਾ ਨਹੀਂ ਆਪਣਾ ਕਹਾ ਨਾ ਹੋਵੇ। ਜਿੱਥੇ ਕਹਿੰਦੇ ਠਾਕੁਰ, ਠਾਕੁਰ ਨਾਮ ਆ ਪ੍ਰਮਾਤਮਾ ਦਾ, ਜੇ ਠਾਕਰ ਪਾਠ ਆਵੇ ਤੇ ਫਿਰ ਨਾਂ ਦਾ ਵਾਚਕ ਹੁੰਦਾ। ਠਾਕੁਰ ਹੈ ਕੱਕੇ ਨੂੰ ਔਂਕੜ ਦੇ ਨਾਲ ਪ੍ਰਮਾਤਮਾ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਪਾਠ ਆਵੇ ਤੇ ਅਰਥ ਵੀ ਇਹ, ਜੇ ਠਾਕੁਰ ਕਹਾਂਗੇ ਫਿਰ ਪ੍ਰਮਾਤਮਾ, ਜੇ ਠਾਕਰ ਕਹਾਂ ਤੇ ਪੱਥਰ ਜਾਂ ਕਿਸੇ ਦਾ ਨਾਂ। ਕਹਿੰਦੇ ਜਹ ਠਾਕੁਰ ਪੂਜਾ ਨਹੀਂ, ਜਿੱਥੇ ਪ੍ਰਮਾਤਮਾ ਦੀ ਪੂਜਾ ਨਹੀਂ ਹੁੰਦੀ, ਆਪਣਾ ਕਹਾ ਨਾ ਹੋਏ, ਆਪਣੀ ਸਾਡੀ ਕਹੀ ਹੋਈ ਗੱਲ ਮੰਨੀ ਨਾ ਜਾਵੇ, ਕੋਈ ਸੁਣਵਾਈ ਨਾ ਕਰਦਾ ਹੋਵੇ। ਜਹਾਂ ਕਲਾ ਹੋਵੇ ਸਦਾ ਸੰਪਤ ਰਹਿ ਨਾ ਕੋਏ। ਜਹਾਂ ਕਲਾ, ਜਿੱਥੇ ਸਦਾ ਹੀ ਕਹਿੰਦੇ ਕਲੇ ਕਲੇਸ਼ ਝਗੜਾ ਹੁੰਦਾ ਰਹਿੰਦਾ ਹੈ, ਤਹ ਸੰਪਤ, ਸੰਪਤ ਨਾਮ ਹੈ ਮਾਇਆ ਦਾ, ਸੰਪਤੀ ਦਾ, ਦੌਲਤ ਦਾ। ਕਹਿੰਦੇ ਉੱਥੇ ਕਦੀ ਵੀ ਦੌਲਤ ਧਨ ਮਾਇਆ ਕਦੀ ਨਹੀਂ ਟਿਕਦੀ। ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਜਿੱਥੇ ਆਪਣੀ ਬੰਦੇ ਦੇ ਘਰ ਆਗੂ ਦੀ ਚੱਲਦੀ ਨਹੀਂ, ਔਰ ਜਿੱਥੇ ਸਦਾ ਹੀ ਕਲਾ ਰਹਿੰਦੀ ਹੈ, ਉੱਥੇ ਸੰਪਤ ਵਿਭੂਤੀ ਮਾਇਆ ਜਿਹੜੀ ਹੈ ਉਹ ਜ਼ਿਆਦਾ ਦੇਰ ਟਿਕ ਕੇ ਨਹੀਂ ਰਹਿ ਸਕਦੀ। ਸਾਧ ਕੋ ਸੰਗਤ ਮੈਂ ਰਹੈ ਤਿਸ ਨਾ ਬੇਕਾਰ ਲਗਨ। ਸਾਧੂ ਜੇ ਕਹਿੰਦੇ ਕੁਸੰਗਤ ਮਾੜੀ ਸੰਗਤ ਦੇ ਵਿੱਚ ਰਵੇ ਤੇ ਇਸ ਨਾਲ ਬੇਕਾਰ ਲਗਨ ਤੋਂ ਉਹਨੂੰ ਕਦੀ ਵੀ ਬੇਕਾਰ ਨਹੀਂ ਪਹੁੰਚ ਸਕਦੇ। ਕਿੱਦਾਂ ਅੱਗੇ ਉਹਦਾ ਹੈ, ਉਹ ਸੱਪਾਂ ਦੇ ਵਿੱਚ ਘੇਰਿਆ ਹੁੰਦਾ ਹੈ ਸੱਪਾਂ ਨੇ ਉਹਨੂੰ, ਪਰ ਸੀਤਲਤਾ ਠੰਡਕ ਨਹੀਂ ਉਹ ਛੱਡਦਾ। ਇਸੇ ਤਰ੍ਹਾਂ ਹੀ ਕਹਿੰਦੇ ਸਾਧੂ ਜਿਹੜਾ ਹੈ ਉਹ ਸਾਧਪੁਣਾ ਨਹੀਂ ਛੱਡਦਾ, ਭਾਵੇਂ ਉਹ ਮਾੜੀ ਸੰਗਤ 'ਚ ਵੀ ਚੱਲ ਜੇ। ਕਹਿ ਦਿੰਦੇ ਨਾ ਕਈ ਯਾਰ ਕਿ ਲੈ ਇਹ ਤਾਂ ਸਾਧ ਆ, ਇਹ ਇੱਦਾਂ ਕਿਉਂ ਕਰਦਾ, ਉਹ ਇੱਦਾਂ ਕਿਉਂ ਕਰਦਾ। ਉਹ ਸਾਧੂ ਜਿਹੜਾ ਆ ਨਾ ਉਹ ਮਾੜੀ ਸੰਗਤ 'ਚ ਵੀ ਚੱਲ ਜੇ, ਅੱਬਲ ਤੇ ਉਹ ਲੋਕਾਂ ਨੂੰ ਦਿਖਾਉਂਦਾ ਹੀ ਹੈ ਕਿ ਮੈਂ ਮਾੜੀ ਸੰਗਤ 'ਚ ਗਿਆ, ਪਰ ਉਹ ਜਿਵੇਂ ਚੰਦਨ ਦਾ ਰੁੱਖ ਠੰਡਕ ਨਹੀਂ ਛੱਡਦਾ, ਐਵੇਂ ਸਾਧੂ ਸਾਧਪੁਣਾ ਨਹੀਂ ਛੱਡਦਾ, ਉਹ ਆਪਣੀ ਮਰਿਆਦਾ ਨੂੰ ਨਹੀਂ ਤਿਆਗਦਾ। ਸੀਲ ਸਤਿ ਅਭਿਆਸ ਗੁਣ ਮਿੱਤਰ ਸੰਗ੍ਰਹਿ ਪੰਡਤ। ਕਹਿੰਦੇ ਸੀਲ ਨਾਮ ਆ ਸਹਿਣਸ਼ੀਲਤਾ, ਪਰਾਏ ਦੀ ਗਲਤੀ ਭੁੱਲ ਜਿਹੜੀ ਹੈ, ਦੂਜੇ ਦੀ ਕਮਜ਼ੋਰੀ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਅਪਮਾਨ, ਉਹਨਾਂ ਦੀ ਨਰਾਦਰੀ ਨਾ ਕਰੇ। ਮਤਲਬ ਸੀਲ ਸਤ ਅਭਿਆਸ ਗੁਣ ਮਿੱਤਰ ਗ੍ਰਹਿ ਪੰਡਿਤ। ਹਾਂਜੀ ਹਾਂ, ਸਾਡੇ ਕੋਲ ਸੀਲ ਸੁਭਾਅ ਹੋਣਾ, ਸੱਤ ਬੋਲਣਾ, ਸੱਚ ਬੋਲਣਾ, ਅਭਿਆਸ ਗੁਣਾਂ ਦਾ ਅਭਿਆਸ ਕਰਨਾ, ਠੀਕ ਹੈ। ਗੁਣ ਅਭਿਆਸ ਗੁਣ ਜਿਹੜਾ ਵੀ ਸਾਡੇ ਕੋਲ ਗੁਣ ਹੈ, ਜੇ ਕਥਾ ਦਾ ਆ, ਕੀਰਤਨ ਦਾ ਆ, ਕੋਈ ਰਾਜਗੀਰੀ ਦਾ, ਕਿਸੇ ਵੀ ਤਰ੍ਹਾਂ ਦਾ, ਉਹਦੇ ਅਸੀਂ ਕਹਿੰਦੇ ਅਭਿਆਸ ਕਰਦੇ ਹਾਂ। ਮਿੱਤਰ ਚੰਗੇ ਮਿੱਤਰ ਹੋਣੇ, ਉਹਨਾਂ ਦਾ ਸੰਗ੍ਰਹਿ ਸਮੂਹ ਇਕੱਠਾ ਹੋਣਾ, ਜਾਂ ਆਪਣੇ ਆਪ ਵਿਦਵਾਨ ਹੋਣਾ। ਇਨਕੋ ਚੋਰ ਨਾ ਲੱਗ ਗਈ ਇਹ ਪੰਚਹੁ ਧਨ ਮੈਂ ਨਿਤ।
ਹਾਂ ਕਹਿੰਦੇ ਇਹਨਾਂ ਨੂੰ ਕਦੀ ਚੋਰ ਕੋਈ ਚੋਰੀ ਨਹੀਂ ਕਰ ਸਕਦਾ। ਕਿਹਨੂੰ ਸਾਡਾ ਸਹਿਣਸ਼ੀਲਤਾ ਵਾਲਾ ਸੁਭਾਅ ਨਹੀਂ ਕੋਈ ਚੋਰੀ ਕਰ ਸਕਦਾ। ਜੇ ਸੱਚ ਬੋਲਦੇ ਨੇ ਸਾਡੀ ਸੱਚ ਵੀ ਜ਼ੁਬਾਨ ਤੋਂ ਨਿਕਲੂਗਾ, ਉਹ ਵੀ ਨਹੀਂ ਕੋਈ ਚੋਰੀ ਕਰ ਸਕਦਾ। ਅਸੀਂ ਕਿਸੇ ਗੁਣ ਨੂੰ ਅਭਿਆਸ ਕਰਦੇ ਹਾਂ, ਕੋਈ ਮਿਹਨਤ ਕੀਤੀ ਹੈ, ਉਹਨੂੰ ਵੀ ਕੋਈ ਚੋਰ ਨਹੀਂ ਲੱਗ ਸਕਦਾ। ਜਿਹੜੀ ਅਸੀਂ ਦਿਮਾਗ ਤੇ ਸਰੀਰ ਕਰਕੇ ਲਾਈ, ਉਹ ਵਿਦਵਤਾ ਤੇ ਸਾਡੀ ਸਾਡੇ ਦਿਮਾਗ ਚੋਂ ਕੋਈ ਕੱਢ ਕੇ ਲੈ ਚੱਲਿਆ। ਮਿੱਤਰ ਨਾਮ ਆ ਮਿੱਤਰ ਸੰਗ੍ਰਹਿ। ਜੇ ਤੁਹਾਡੇ ਕੋਈ ਚੰਗੇ ਸੱਜਣ ਮਿੱਤਰ ਆ, ਵਿਦਵਤਾ ਪੰਡਿਤ ਨਾਮ ਹੈ ਵਿਦਵਤਾ, ਤੁਹਾਡੇ ਕੋਲ ਵਿਦਵਤਾ, ਇਹਨਾਂ ਨੂੰ ਕੋਈ ਚੋਰ ਨਹੀਂ ਖੜ ਸਕਦਾ। ਇਹ ਚੋਰੀ ਤੋਂ ਰਹਿਤ ਨੇ ਔਰ ਸਦਾ ਵੀ ਇਹ ਚੋਰੀ ਹੋਣ ਵਾਲੀਆਂ ਚੀਜ਼ਾਂ ਨਹੀਂ। ਇਹ ਸਦਾ ਧਨ ਆ ਔਰ ਨਿਤ ਧਨ ਆ। ਨਿਤ ਦਾ ਹੀ ਸਾਡੇ ਕੋਲ ਧਨ ਆ ਕਿ ਮਿੱਤਰਾਂ ਦਾ ਸਮੂਹ ਹੋਣਾ, ਵਿਦਵਤਾ ਹੋਣੀ, ਹਾਂਜੀ, ਗੁਣਾਂ ਦਾ ਅਭਿਆਸ ਵਾਲਾ ਹੋਣਾ, ਸੱਚ ਬੋਲਣਾ ਤੇ ਸੀਲ ਰੱਖਣੀ। ਇਹ ਸਾਰੇ ਕਹਿੰਦੇ ਇਹਨਾਂ ਨੂੰ ਚੋਰ ਨਹੀਂ ਲੱਗਦਾ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਆ। ਹਾਂਜੀ, ਅੱਜ ਤੀਜਾ ਅਧਿਆਇ ਸੰਪੂਰਨ ਹੋਇਆ। ਚਲੋ ਆਪਾਂ ਪੜ੍ਹ ਦਈਏ ਇੱਕ ਵਾਰ ਸਾਰੇ ਦੁਆਰਾ। ਸਤ ਅਭਿਆਸ ਗੁਣ ਮਿੱਤਰ ਗ੍ਰਹਿ ਪੰਡਿਤ, ਇਨ ਕੋ ਚੋਰ ਨਾ ਲਾਗਈ, ਇਹ ਭਾਂਚੋ ਤਨ ਨਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।